ਜਦੋਂ ਕਈ ਵਾਰੀ ਅਸੀਂ ਪੇਰੈਂਟਸ ਦੀ ਮੈਡੀਕਲ ਹਿਸਟਰੀ ਦਾ ਕੁਐਸਚਨ ਪੁੱਛਦੇ ਹਾਂ, ਉੱਥੇ ਕਈ ਵਾਰੀ ਆਪਾਂ ਸੀਰੀਅਸ ਨਹੀਂ ਲੈਂਦੇ ਜਾਂ ਛੁਪਾ ਜਾਂਦੇ ਆ, ਜਾਂ ਆਪਾਂ ਉੱਦਾਂ ਹੀ ਕੈਜੂਅਲ ਲੈ ਕੇ ਆਨਸਰ ਕਰ ਦਿੰਦੇ ਆ। ਬਟ ਇਹ ਇੰਪੋਰਟੈਂਟ ਕਿਉਂ ਆ? ਰੀਜ਼ਨ ਕਿਉਂਕਿ ਹੁਣ ਦੇਖੋ, ਕਿਸੇ ਪੇਰੈਂਟਸ ਨੂੰ ਯੰਗ ਏਜ ਦੇ ਵਿੱਚ ਡਾਇਬਟੀਜ਼ ਆ, ਦੋਨੋਂ ਪੇਰੈਂਟਸ ਨੂੰ, ਜਾਂ ਹੁਣ ਕਿੰਨੀਆਂ ਕ੍ਰੋਨਿਕ ਡਿਸੀਜ਼ ਸੁਣਦੇ ਆ, ਕੈਂਸਰ ਆ। ਹੁਣ ਉਹ ਚੀਜ਼ ਨੂੰ ਇੱਥੇ ਮੈਂਸ਼ਨ ਕਰਨਾ ਇੰਪੋਰਟੈਂਟ ਆ। ਰੀਜ਼ਨ ਕਿਉਂਕਿ ਜਦੋਂ ਆਪਾਂ ਇੰਸ਼ੋਰੈਂਸ ਕੰਪਨੀ ਨੂੰ ਦੱਸਦੇ ਆ ਵੀ ਮੇਰੇ ਪੇਰੈਂਟਸ ਨੂੰ ਬਿਫੋਰ ਏਜ 65 ਇਹ ਪ੍ਰੋਬਲਮਸ ਆਈਆਂ ਸੀ, ਹੋ ਸਕਦਾ ਉਸ ਬੇਸ ਦੇ ਉੱਤੇ ਇੰਸ਼ੋਰੈਂਸ ਕੰਪਨੀ ਨੇ ਜੋ ਮੈਨੂੰ ਸਟੈਂਡਰਡ ਰੇਟ ਦੇ ਉੱਤੇ ਪਲਾਨ ਦੇਣਾ ਸੀ, ਉਹ ਸਟੈਂਡਰਡ ਰੇਟ ਤੇ ਨਾ ਦੇਵੇ, ਉਹ ਹਾਈ ਰੇਟ ਤੇ ਦੇਵੇ, ਥੋੜਾ ਰੇਟ ਅਪ ਕਰ ਦੇਵੇ। ਰੀਜ਼ਨ ਕਿਉਂਕਿ ਸਾਨੂੰ ਵੀ ਅਰਲੀ ਏਜ ਦੇ ਵਿੱਚ ਸਮਟਾਈਮ ਸੇਮ ਪ੍ਰੋਬਲਮ ਆਉਣ ਦੇ ਚਾਂਸਸ ਹੋ ਸਕਦੇ ਆ। ਤੇ ਇਹ ਨਾ ਦੱਸਣ ਦਾ ਇੱਕ ਵੱਡਾ ਕਾਰਨ ਵੀ ਤਾਂ ਇਹੀ ਹੁੰਦਾ ਕਿ ਆਪਾਂ ਖਰਚੇ ਤੋਂ ਡਰਦੇ ਹਾਂ ਵੀ ਸਾਡੀ ਪਾਲਿਸੀ ਪਤਾ ਨਹੀਂ ਕਿੰਨੀ ਕੁ ਜ਼ਿਆਦਾ ਮਹਿੰਗੀ ਹੋ ਜਾਣੀ ਹੈ। ਇਸ ਕਰਕੇ ਅਸੀਂ ਜਿਹੜੀਆਂ ਹੈਗੀਆਂ ਉਹ ਥੋੜਾ ਜਿਹਾ ਝੂਠ ਜਿਹੜਾ ਹੈਗਾ ਉਹ ਬੋਲ ਜਾਂਦੇ ਆ, ਉਹਦੇ 'ਚ ਛੁਪਾ ਜਾਂਦੇ ਆ ਕੁਝ ਫੈਕਟਸ ਨੂੰ ਤੇ ਫਿਗਰਸ ਨੂੰ, ਤੇ ਇਹ ਅਲਟੀਮੇਟਲੀ ਜਾ ਕੇ ਸਾਨੂੰ ਖੁਦ ਨੂੰ ਹੀ ਜਿਹੜਾ ਹੈਗਾ ਉਹ ਮਹਿੰਗਾ ਪੈ ਜਾਂਦਾ। ਤੁਸੀਂ ਕਲਾਇੰਟ ਨੂੰ ਰੈਫਰਲ ਮੀਨਸ ਥੈਂਕ ਯੂ ਦੇ ਤੌਰ ਤੇ ਕੁਝ ਦੇ ਸਕਦੇ ਹੋ, ਬਟ ਇਹ ਨਹੀਂ ਹੈਗਾ ਵੀ ਤੁਸੀਂ ਉਹਨੂੰ ਹਰ ਇੱਕ ਕਲਾਇੰਟ ਨੂੰ ਤੁਸੀਂ ਮਤਲਬ ਕੈਸ਼ਬੈਕ ਦਿਓ। ਆਮ ਕਰਕੇ ਜਿਹੜਾ ਹੈਗਾ ਜੀ ਇੰਸ਼ੋਰੈਂਸ ਤੋਂ, ਖਾਸ ਕਰ ਜਿਹੜੀ ਸਾਡੀ ਕਮਿਊਨਿਟੀ ਹੈਗੀ ਆ, ਉਹ ਪਤਾ ਨਹੀਂ ਕਿਉਂ ਇੱਕ ਆਪਾਂ ਭੱਜਣ ਵਾਲਾ ਸਿਲਸਿਲਾ, ਮਤਲਬ ਅਸੀਂ ਪਤਾ ਨਹੀਂ, ਸਾਨੂੰ ਕਨਵਿੰਸ ਕਰਨਾ ਪੈਂਦਾ, ਜਦ ਕਿ ਹੁੰਦੀ ਇਹ ਸਾਡੇ ਲਈ ਹੈ। ਪ੍ਰੋਡਕਟਸ ਦੀ ਗੱਲ ਕੀਤੀ ਗਈ, ਕ੍ਰਿਟੀਕਲ, ਡਿਸੇਬਿਲਿਟੀ ਜਾਂ ਜਿੰਨੇ ਵੀ ਤਰ੍ਹਾਂ ਦੀਆਂ ਇੰਸ਼ੋਰੈਂਸ ਹੁੰਦੀਆਂ ਹੈਗੀਆਂ, ਉਹਨਾਂ ਦੇ ਬਾਰੇ 'ਚ ਤੁਹਾਨੂੰ ਜਾਣਕਾਰੀ ਹਮੇਸ਼ਾ ਤੋਂ ਜਿਹੜੀ ਹੈਗੀ ਆ ਉਹ ਦੇਣ ਦੀ ਆਪਾਂ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਅਤੇ ਸ਼ਾਇਦ ਬਹੁਤ ਵਾਰ ਸਾਡੇ ਲਿਸਨਰਸ ਨੂੰ ਇਹ ਵੀ ਲੱਗਦਾ ਹੋਵੇ ਵੀ ਪ੍ਰੋਡਕਟਸ ਜਿਹੜੇ ਹੈਗੇ ਆ ਜੀ ਉਹਨਾਂ ਨੂੰ ਐਡਵਰਟਾਈਜ਼ ਕੀਤਾ ਜਾਂਦਾ। ਇਹ ਇੱਕ 1 ਵੇ ਪ੍ਰੋਸੈਸ ਹੈ ਜਾਂ ਇਹ 2 ਵੇ ਪ੍ਰੋਸੈਸ ਹੈ? ਕੀ ਸਿਰਫ ਵੇਚਣ ਵਾਲੇ ਦੀ ਜ਼ਿੰਮੇਵਾਰੀ ਹੈ ਜਾਂ ਖਰੀਦਣ ਵਾਲੇ ਦੀਆਂ ਵੀ ਕੁਝ ਜ਼ਿੰਮੇਵਾਰੀਆਂ ਹੈਗੀਆਂ? ਅੱਜ ਇੱਕ ਜਾਗਰੂਕਤਾ ਪੁਆਇੰਟ ਆਫ ਵਿਊ ਤੋਂ ਆਪਾਂ ਗੱਲ ਕਰਾਂਗੇ ਵੀ ਇੰਸ਼ੋਰੈਂਸ, ਅੱਜ ਕਿਸੇ ਪ੍ਰੋਡਕਟ ਦੀ ਗੱਲ ਨਹੀਂ ਆਪਾਂ ਕਰਨੀ, ਕਿਹੜੇ ਤਰ੍ਹਾਂ ਦੀ ਇੰਸ਼ੋਰੈਂਸ ਹੁੰਦੀ ਹੈ, ਕਿਉਂ ਲੈਣੀ ਚਾਹੀਦੀ, ਆਪਾਂ ਉਹਦੀ ਗੱਲ ਨਹੀਂ ਕਰਨੀ। ਅੱਜ ਆਪਾਂ ਗੱਲ ਕੁਛ ਇਸ ਤਰ੍ਹਾਂ ਕਰਾਂਗੇ ਕਿ ਐਜ਼ ਏ ਕਸਟਮਰ, ਐਜ਼ ਏ ਕੰਜ਼ਿਊਮਰ ਜਿਹਨੇ ਇੰਸ਼ੋਰ ਹੋਣਾ, ਉਹਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਤੁਹਾਨੂੰ ਪ੍ਰੋਸੈਸ ਦੇ ਬਾਰੇ 'ਚ ਦੱਸਾਂਗੇ ਕਿ ਇੰਸ਼ੋਰੈਂਸ ਜਦੋਂ ਤੁਹਾਨੂੰ ਦਿੱਤੀ ਜਾਂਦੀ ਆ, ਉਹ ਕੀ ਤੁਸੀਂ ਸਿਰਫ ਇੱਕ ਡਿਮਾਂਡ ਕੀਤੀ ਜਾਂ ਤੁਹਾਨੂੰ ਕਨਵਿੰਸ ਕੀਤਾ ਕਿਸੇ ਨੇ ਤੇ ਆਪਦੀ ਮਰਜ਼ੀ ਨਾਲ ਤੁਹਾਨੂੰ ਇੰਸ਼ੋਰੈਂਸ ਵੇਚ ਦਿੱਤੀ, ਜਾਂ ਫਿਰ ਇਹਦੇ ਪਿੱਛੇ ਬਹੁਤ ਜ਼ਿਆਦਾ ਸਟੈਪਸ ਹੈਗੇ ਨੇ, ਬਹੁਤ ਜ਼ਿਆਦਾ ਗਹਿਰਾਈ ਹੈ। ਸੋ ਅੱਜ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੈਗੀ ਆ ਕਰਨ ਵਾਸਤੇ ਅਸੀਂ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਹੈ ਜੀ। ਤੁਸੀਂ ਸਾਰੇ ਜਾਣਦੇ ਹੋ ਲਖਵੀਰ ਸਿੰਘ ਢੱਟ ਹੋਣਾ ਨੂੰ, ਆਲ ਕਾਇੰਡ ਇੰਸ਼ੋਰੈਂਸ ਤੋਂ, ਇੰਸ਼ੋਰੈਂਸ ਕਿੱਤੇ ਦੇ ਵਿੱਚ ਲੰਬੇ ਸਮੇਂ ਤੋਂ ਇਹਨਾਂ ਦਾ ਤਜਰਬਾ ਹੈ, ਕੰਮ ਕਰ ਰਹੇ ਨੇ ਅਤੇ ਲੋਕਾਂ ਨੂੰ ਮਿਲਦੇ ਨੇ, ਅਤੇ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਹਰ ਰੋਜ਼ 2-4 ਹੁੰਦੇ ਨੇ। ਆਓ ਪਹਿਲਾਂ ਉਹਨਾਂ ਨੂੰ ਆਪਾਂ ਸ਼ੋਅ ਦੇ ਵਿੱਚ ਸ਼ਾਮਲ ਕਰੀਏ। ਲਖਵੀਰ ਜੀ, ਸਵਾਗਤ ਆਪ ਜੀ ਦਾ ਗੁੱਡ ਮਾਰਨਿੰਗ ਟੋਰਾਂਟੋ ਦੇ ਵਿੱਚ। ਥੈਂਕ ਯੂ ਜਤਿੰਦਰ ਜੀ। ਪਹਿਲਾਂ ਤਾਂ ਤੁਹਾਨੂੰ ਐਂਡ ਆਪਣੇ ਨਾਲ ਟਿਊਨ ਇਨ ਹੋਏ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਜੀ। ਜੀ, ਅਤੇ ਢੱਟ ਸਾਹਿਬ ਸਾਡੇ ਨਾਲ ਸ਼ਾਮਲ ਹੋਏ ਨੇ ਜੀ, ਅਤੇ ਢੱਟ ਸਾਹਿਬ ਤੋਂ ਆਪਾਂ ਸਿੱਧੇ ਇਸੇ ਕੁਐਸਚਨ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਜੀ। ਇੰਸ਼ੋਰੈਂਸ ਦਾ ਜਿਹੜਾ ਕਿਸੇ ਨੂੰ ਪਾਲਿਸੀ ਦੇਣ ਦਾ, ਹੈ ਨਾ, ਇੱਕ ਤਾਂ ਕਹਿੰਦਾ ਪਾਲਿਸੀ ਵੇਚਤੀ, ਅੱਛਾ ਬਹੁਤ ਸਾਰੇ ਲੋਕ ਕਹਿੰਦੇ ਪਾਲਿਸੀ ਚਿਪਕਾਤੀ ਜੀ, ਬਿਲਕੁਲ। ਪ੍ਰੋਸੈਸ ਕੀ ਆ? ਆਪਾਂ ਪ੍ਰੋਸੈਸ ਦੀ ਗੱਲ ਕਰੀਏ, ਇਹ ਪਾਲਿਸੀ ਕਿਵੇਂ ਕਿਸੇ ਨੂੰ, ਜੇ ਮੈਂ ਤੁਹਾਡੇ ਤੋਂ ਪਾਲਿਸੀ ਲੈਣੀ ਹੋਵੇ ਤਾਂ ਇਹਦਾ ਪ੍ਰੋਪਰ ਪ੍ਰੋਸੈਸ ਕੀ ਹੈਗਾ? ਜਤਿੰਦਰ ਜੀ, ਸੋ ਇੰਪੋਰਟੈਂਟ ਹੈ ਕੁਐਸਚਨ ਆ ਵੀ ਜਿਹੜਾ ਇੰਸ਼ੋਰੈਂਸ ਦੇ ਪ੍ਰੋਸੈਸ ਦੀ ਆਪਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਆਪਾਂ ਐਜ਼ ਆ ਕੰਜ਼ਿਊਮਰ ਜਦੋਂ ਸੋਚਦੇ ਹਾਂ ਵੀ ਮੈਨੂੰ ਕਿਸ ਤਰ੍ਹਾਂ ਪਤਾ ਲੱਗੇ ਵੀ ਮੈਨੂੰ ਕਦੋਂ ਇੰਸ਼ੋਰੈਂਸ ਚਾਹੀਦੀ ਹੈ ਤੇ ਕਿਉਂ ਚਾਹੀਦੀ ਆ। ਹਾਂ, ਪਹਿਲੀ ਗੱਲ ਤਾਂ ਸਾਡੀ ਨੀਡ ਜਿਹੜੀ ਹੈਗੀ ਆ, ਬਿਲਕੁਲ ਜੀ। ਜਿਵੇਂ ਹੁਣ ਆ ਫੋਨ ਬਦਲਣਾ ਹੈ ਤਾਂ ਮੈਂ ਫੋਨ ਕਿਉਂ ਬਦਲਣਾ, ਨੀਡ ਕੀ ਆ, ਬਿਲਕੁਲ। ਸੋ ਉਹ ਨੀਡ ਨੂੰ ਸਮਝਣਾ ਇੰਪੋਰਟੈਂਟ ਆ। ਸੋ ਜਦੋਂ ਆਪਾਂ ਸਪੈਸ਼ਲੀ ਜੇ ਗੱਲ ਕਰੀਏ ਇੰਡੀਆ ਬੈਕ ਹੋਮ, ਤੇ ਉੱਥੇ ਆਪਾਂ ਇੰਸ਼ੋਰੈਂਸ ਦੇ ਇੰਨੇ ਅਵੇਅਰ ਨਹੀਂ ਹੁੰਦੇ, ਜਾਂ ਉੱਥੇ ਇੰਪੋਰਟੈਂਸ ਘੱਟ ਹੁੰਦੀ ਆ, ਕਿਉਂਕਿ ਆਪਾਂ ਨੂੰ ਵੀ ਪਤਾ ਅੱਗੇ ਦੀ ਅੱਗੇ ਜੋ ਆਪਣੇ ਬਜ਼ੁਰਗਾਂ ਦਾ ਜ਼ਮੀਨ ਪ੍ਰੋਪਰਟੀ ਸਾਰਾ ਅੱਗੇ ਦੀ ਅੱਗੇ ਚੱਲਦਾ ਰਹਿੰਦਾ, ਸਿਕਿਉਰ ਹੁੰਦਾ। ਸੋ ਇੱਥੇ ਕੀ ਆ, ਇੱਥੇ ਆਪਾਂ ਮੋਸਟਲੀ ਪੇ ਚੈੱਕ ਟੂ ਪੇ ਚੈੱਕ ਚੱਲਦੇ ਹਾਂ। ਸੋ ਇੱਥੇ ਸਾਨੂੰ ਪੇ ਚੈੱਕ ਨੂੰ ਵੀ ਪ੍ਰੋਟੈਕਟ ਕਰਨਾ ਪੈਂਦਾ, ਜੋ ਅਸੀਂ ਚਾਹੇ ਉਹ ਰੈਂਟ ਆ, ਮੌਰਗੇਜ, ਉਹਨੂੰ ਵੀ ਪ੍ਰੋਟੈਕਟ ਕਰਨਾ ਪੈਂਦਾ, ਅਤੇ ਜਾਂ ਜਿਹੜੀਆਂ ਸਾਡੀਆਂ ਲਾਇਬਿਲਿਟੀਜ਼ ਨੇ, ਅਗਰ ਬੱਚੇ ਆ, ਛੋਟੇ ਆ, ਸਾਡੇ 'ਤੇ ਡਿਪੈਂਡ ਆ, ਉਹਨਾਂ ਨੂੰ ਵੀ ਪ੍ਰੋਟੈਕਟ ਕਰਨਾ। ਬਹੁਤ ਸਿਨੈਰੀਓਜ਼ ਨੇ। ਜਦੋਂ ਅਸੀਂ ਇਹਨਾਂ ਸਿਨੈਰੀਓਜ਼ ਦੇ ਵਿੱਚ ਜਾਂਦੇ ਹਾਂ ਤਾਂ ਇੰਸ਼ੋਰੈਂਸ ਦੀ ਵੈਲਿਊ ਨੂੰ ਸਮਝਣਾ ਇੰਪੋਰਟੈਂਟ ਹੋ ਜਾਂਦਾ। ਜਿਹੜੀ ਗੱਲ ਆਪਾਂ ਕਰਦੇ ਹਾਂ ਵੀ ਇਹ ਬੋਥ ਸਾਈਡਸ ਨੇ, ਐਡਵਾਈਜ਼ਰ ਦੀ ਵੀ ਰਿਸਪੋਂਸੀਬਿਲਿਟੀ ਓਨੀ ਆ ਅਤੇ ਕਲਾਇੰਟ ਦੀ ਵੀ ਰਿਸਪੋਂਸੀਬਿਲਿਟੀ ਓਨੀ ਆ। ਸੋ ਇਹਦੇ ਬਾਰੇ ਅੱਗੇ ਆਪਾਂ ਡਿਟੇਲ 'ਚ ਡਿਸਕਸ ਕਰਾਂਗੇ। ਅਤੇ ਇਹ ਤੁਸੀਂ ਬੜੀ ਸੋਹਣੀ ਗੱਲ ਕਹੀ ਕਿ ਪਹਿਲਾਂ ਜਿਹੜੀ ਹੈਗੀ ਆ ਉਹਦੀ ਜ਼ਰੂਰਤ ਜਿਹੜੀ ਹੈਗੀ ਆ, ਜਿੰਨੀ ਦੇਰ ਤੱਕ ਉਹ ਸਾਨੂੰ ਖੁਦ ਨੂੰ ਉਹਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਚੀਜ਼ ਦੀ, ਉਨੀ ਦੇਰ ਤੱਕ ਉਹ ਸਾਡੇ ਲਈ ਲਾਹੇਵੰਦ ਵੀ ਨਹੀਂ ਹੈ। ਬਿਲਕੁਲ ਜੀ। ਅੱਛਾ, ਹੁਣ ਆਪਾਂ ਗੱਲ ਕਰਦੇ ਹਾਂ, ਠੀਕ ਆ, ਮੈਨੂੰ ਕਿਸੇ ਚੀਜ਼ ਦੀ, ਮੈਂ ਅੱਜ ਮੌਰਗੇਜ ਲਈ, ਉਹ ਖੈਰ ਹੁਣ ਤਾਂ ਮੇਰੇ ਖਿਆਲ 'ਚ ਇਹ ਮੈਂਡੇਟਰੀ ਕਰਤਾ, ਮੌਰਗੇਜ ਮਿਲਦੀ ਨਹੀਂ ਹੈ ਇੰਸ਼ੋਰੈਂਸ ਤੋਂ ਬਿਨਾਂ। ਬਹੁਤ ਸਾਰੀਆਂ ਹੋਰ ਚੀਜ਼ਾਂ, ਮੇਰੇ ਬੱਚੇ ਪੜ੍ਹ ਰਹੇ ਆ ਸਕੂਲ ਦੇ ਵਿੱਚ, ਕੱਲ੍ਹ ਨੂੰ ਉਹਨਾਂ ਨੇ ਯੂਨੀਵਰਸਿਟੀ 'ਚ ਜਾਣਾ ਹੈਗਾ,
ਜ਼ਿੰਦਗੀ ਦਾ ਕਹਿੰਦੇ ਹੁੰਦੇ ਪਲ ਦਾ ਭਰੋਸਾ ਨਹੀਂ। ਬਿਲਕੁਲ ਜੀ, ਹੈ ਨਾ। ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਕਿਵੇਂ ਸਮਝ ਲੱਗਦੀਆਂ ਤੇ ਕਿਵੇਂ ਇਹਨਾਂ ਚੀਜ਼ਾਂ ਨੂੰ ਤੁਸੀਂ ਉਜਾਗਰ ਕਰਦੇ ਹੋ? ਕੀ ਇਹਦਾ ਪ੍ਰੋਸੈਸ, ਮੈਂ ਆਪਾਂ ਪ੍ਰੋਸੈਸ ਦੇ ਉੱਤੇ ਹੀ ਆਉਂਦੇ ਹਾਂ ਵੀ ਜਦੋਂ ਹੁਣ ਮੈਂ ਤੁਹਾਨੂੰ ਜੇ ਬੁਲਾਵਾਂ ਤਾਂ ਫਿਰ ਆਪਣਾ ਕੀ ਸਿਸਟਮ ਹੁੰਦਾ ਹੈਗਾ, ਕਿਵੇਂ ਪਾਲਿਸੀ ਜਿਹੜੀ ਹੈਗੀ ਮੈਚਿਓਰ ਹੋਣ ਤੱਕ? ਬਿਲਕੁਲ ਜੀ। ਸੋ ਇੱਕ ਇਹ ਲਾਈਫ ਟਾਈਮ ਦਾ ਰਿਲੇਸ਼ਨ ਹੁੰਦਾ ਐਡਵਾਈਜ਼ਰ ਤੇ ਕਲਾਇੰਟ ਦਾ। ਸੋ ਆਪਾਂ ਪਾਲਿਸੀ ਨੂੰ ਸੈੱਲ ਨਹੀਂ ਕਰ ਸਕਦੇ, ਆਪਾਂ ਉਹਨੂੰ ਉਹਦੀਆਂ ਨੀਡਸ ਦੇ ਅਕੋਰਡਿੰਗ ਰਿਕਮੈਂਡ ਕਰ ਸਕਦੇ ਹਾਂ। ਸੋ ਜਦੋਂ ਆਪਾਂ ਸੇਲ ਤੇ ਫੋਕਸ ਕਰਾਂਗੇ ਸੋ ਦੈਟ ਮੀਨ ਆਪਾਂ ਆਪਣੀ ਟਰੂ ਜੌਬ ਨਹੀਂ ਕਰ ਰਹੇ, ਕਿਉਂਕਿ ਜਦੋਂ ਕਲਾਇੰਟ ਨੇ ਕਾਲ ਕਰਨੀ ਹੈ ਜਾਂ ਉਹਨੇ ਸੋਸ਼ਲ ਮੀਡੀਆ ਦੇ ਥਰੂ ਅਪਰੋਚ ਕਰਨਾ, ਸੋ ਇਟਸ ਆਲ ਅਬਾਊਟ ਟਰਸਟ। ਸੋ ਇੱਕ ਟਰਸਟ ਦੇ ਬੇਸ ਤੇ ਇਹ ਸਾਰਾ ਕੁਝ ਹੋਣਾ ਵਾ। ਹੁਣ ਜਦੋਂ ਆਪਾਂ ਦੇਖਦੇ ਹਾਂ ਜਤਿੰਦਰ ਜੀ, ਸੋ 0 to 20 ਵਾਲਾ ਜਿਹੜਾ ਏਜ ਗਰੁੱਪ ਆ ਉਹਦੇ ਵਿੱਚ ਕੀ ਆਪਾਂ ਪਲੇ ਅਰਾਊਂਡ ਕਰਦੇ ਹਾਂ, ਸਟੱਡੀ ਕਰਦੇ ਹਾਂ। ਬਟ ਜਿਹੜਾ 20 to 40 ਵਾਲਾ ਏਜ ਗਰੁੱਪ ਆ ਜੀ, ਇਸ ਏਜ ਗਰੁੱਪ ਦੇ ਵਿੱਚ ਬਹੁਤ ਮੇਜਰ ਚੇਂਜਸ ਆਉਂਦੀਆਂ। ਉਹ ਕਿਹੜੀਆਂ ਨੇ? ਅਸੀਂ ਹਾਇਰ ਐਜੂਕੇਸ਼ਨ ਲਈ ਵੀ ਜਾਂਦੇ ਹਾਂ ਤੇ ਆਪਣੇ ਤੇ ਸਟੂਡੈਂਟ ਲੋਨ ਵੀ ਹੁੰਦਾ ਸਮ ਟਾਈਮ, ਤੇ ਮੈਰਿਜ ਵੀ ਹੁੰਦੀ ਆ, ਅੱਗੇ ਬੱਚੇ ਵੀ ਹੁੰਦੇ ਆ, ਫਸਟ ਪ੍ਰਾਪਰਟੀ ਬਾਏ ਕਰਦੇ ਆ, ਮੌਰਗੇਜ ਵੀ ਆ ਗਈ, ਕਾਰ ਹੋ ਗਈ, ਫਸਟ ਕਾਰ ਬਾਏ ਕਰਦੇ ਆ, ਕਈ ਲੋਕ ਬਿਜ਼ਨਸ ਸ਼ੁਰੂ ਕਰਦੇ ਆ, ਬਿਜ਼ਨਸ ਸਟਾਰਟ ਕਰਦੇ ਆ, ਬਹੁਤ ਲਾਇਬਿਲਿਟੀਜ਼ ਨੇ। ਸੋ ਜਿਹੜਾ 20 to 40 ਵਾਲਾ ਏਜ ਗਰੁੱਪ ਆ, ਹੁਣ ਸਮਝਣਾ ਸਾਨੂੰ ਕੀ ਜ਼ਰੂਰੀ ਆ ਇੱਥੇ। ਜਦੋਂ ਅਸੀਂ ਐਡਵਾਈਜ਼ਰ ਨਾਲ ਬੈਠੇ ਆ, ਸਭ ਤੋਂ ਪਹਿਲਾਂ ਤਾਂ ਅਸੀਂ ਐਜ਼ ਅ ਕਲਾਇੰਟ, ਮੈਂ ਅੱਜ ਗੱਲ ਕਰੂੰਗਾ, ਅਸੀਂ ਇਹ ਦੇਖਣਾ ਵਾ ਵੀ ਕੀ ਉਹ ਮੇਰੀ ਨੀਡ ਤੇ ਫੋਕਸ ਹੋ ਰਿਹਾ ਵੀ ਜਾਂ ਜਸਟ ਮੈਨੂੰ ਇਹ ਪ੍ਰੋਡਕਟ ਰਿਕਮੈਂਡ ਕੀਤਾ ਜਾ ਰਿਹਾ ਵੀ ਜਾਂ ਮੇਰੇ ਫਰੈਂਡ ਨੇ ਇੱਕ ਪਲਾਨ ਲਿਆ, ਹੋ ਸਕਦਾ ਉਹਨੇ ਕੋਈ ਪਰਮਾਨੈਂਟ ਪਲਾਨ ਲੈ ਲਿਆ, ਉਹਦੀ ਜ਼ਰੂਰਤ ਹੋ ਸਕਦੀ ਆ, ਉਹਦੇ ਤੇ ਹੋ ਸਕਦਾ ਪਰਮਾਨੈਂਟ ਟੈਕਸਿਸ ਹੋਣ, ਉਹਦੀਆਂ ਇਨਵੈਸਟਮੈਂਟ ਪ੍ਰਾਪਰਟੀਜ਼ ਹੋਣ। ਬਟ ਅਗਰ ਮੈਂ ਹਲੇ ਇਹ ਫੀਲਡ ਦੇ ਵਿੱਚ ਸਟਾਰਟ ਕੀਤਾ ਵਾ, ਮੰਨ ਲਓ ਲਾਇਬਿਲਿਟੀਜ਼ ਮੇਰੀਆਂ ਸਟਾਰਟ ਹੋਈਆਂ, ਹੋ ਸਕਦਾ ਉਹ ਪਲਾਨ ਦੀ ਮੇਰੀ ਜ਼ਰੂਰਤ ਨਾ ਹੋਵੇ, ਉਹਦੀਆਂ ਜ਼ਰੂਰਤਾਂ ਵੱਖਰੀਆਂ ਹੋਣ, ਮੇਰੀਆਂ ਵੱਖਰੀਆਂ ਹੋਣ, ਹੋ ਸਕਦਾ ਉਹ ਇੰਪਲੋਇਡ ਹੋਵੇ, ਮੈਂ ਸੈਲਫ ਇੰਪਲੋਇਡ। ਬਹੁਤ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਇਹਦੇ 'ਚ। ਹੁਣ ਹੁੰਦਾ ਕੀ ਆ ਵੀ ਜਦੋਂ ਅਸੀਂ ਐਡਵਾਈਜ਼ਰ ਨਾਲ ਬੈਠੇ ਆ, ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖਣਾ ਵਾ ਵੀ ਅਗਰ ਮੈਂ ਕੱਲ੍ਹ ਨੂੰ ਕੰਮ ਤੇ ਨਹੀਂ ਜਾ ਸਕਦਾ, ਕੀ ਉਹ ਮੇਰੀ ਇਨਕਮ ਨੂੰ ਪ੍ਰੋਟੈਕਟ ਕਰ ਰਹੇ ਆ? ਠੀਕ ਹੈ, ਕਿਉਂਕਿ ਅਗਰ ਕੰਮ ਰੁਕਦਾ, ਸਟਾਪ ਹੁੰਦਾ ਪੇ ਚੈੱਕ, ਤਾਂ ਸਾਰੇ ਜੋ ਵੀ ਮੇਰਾ ਲਾਈਫ ਸਟਾਈਲ ਮੇਨਟੇਨ ਕੀਤਾ ਹੋਇਆ ਉਹਦੇ ਤੇ ਇਫੈਕਟ ਪੈਣਾ ਵਾ। ਸੋ ਸੈਕਿੰਡ ਅਸੀਂ ਇਹ ਦੇਖਣਾ ਵਾ ਵੀ ਅਗਰ ਜੇ ਮੈਂ ਉਹ ਰੈਂਟ ਤੇ ਰਹਿ ਰਿਹਾ, ਅਗਰ ਮੌਰਗੇਜ ਆ, ਕੱਲ ਨੂੰ ਕੋਈ ਪ੍ਰੋਬਲਮ ਆਉਂਦੀ ਆ, ਕੋਈ ਮਿਸਹੈਪਨਿੰਗ ਹੁੰਦੀ ਆ, ਪਿੱਛੇ ਬੱਚੇ ਛੋਟੇ ਆ, ਉਹਨਾਂ ਦੀ ਐਜੂਕੇਸ਼ਨ ਤੇ ਤਾਂ ਨਹੀਂ ਕੋਈ ਇਫੈਕਟ ਪਊਗਾ? ਜਾਂ ਜੇ ਮੌਰਗੇਜ ਆ, ਇੱਕ ਮੇਰੇ ਸਪਾਊਸ ਨੂੰ ਜਾਂ ਪਿੱਛੇ ਹੋਰ ਮੇਰੇ ਜਿਹੜੇ ਬੱਚਿਆਂ ਦੇ ਅੱਗੇ ਕੇਅਰ ਗਿਵਰ ਹੈਗੇ ਆ, ਉਹ ਮੈਨੇਜ ਕਰ ਸਕਦੇ ਆ ਜੀ। ਸੋ ਇਹ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਵਾ। ਐਜ਼ ਅ ਬੀਇੰਗ ਕਲਾਇੰਟ ਅਸੀਂ ਆਪ ਵੀ ਆਪਣਾ ਨੀਡ ਐਨਾਲਿਸਿਸ ਕਰ ਸਕਦੇ ਹਾਂ। ਬਿਲਕੁਲ, ਸਾਨੂੰ ਆਪ ਨੂੰ ਜੇ ਸਾਡੀਆਂ ਜ਼ਰੂਰਤਾਂ ਦਾ ਚੰਗੀ ਤਰ੍ਹਾਂ ਨਹੀਂ ਪਤਾ ਹੈਗਾ, ਫਿਰ ਤਾਂ ਦੂਸਰੇ ਬੰਦੇ ਨੇ ਜਿਹੜਾ ਹੈਗਾ, ਜਿਹਨੇ ਬਿਜ਼ਨਸ ਕਰਨਾ ਹੈਗਾ, ਉਹ ਬੰਦਾ ਸਾਨੂੰ ਜ਼ਿਆਦਾ ਚਾਂਸ ਹੈ ਬਈ ਉਹ ਸਾਨੂੰ ਮਿਸਗਾਈਡ ਕਰ ਸਕਦਾ। ਬਿਲਕੁਲ ਜੀ, ਬਿਲਕੁਲ। ਸੋ ਇਹ ਵੀ ਨਹੀਂ ਹੈ ਕਿ ਅਸੀਂ ਦੇਖੋ ਦੇਖ ਜਿਹੜਾ ਹੈਗਾ ਕੋਈ ਫੈਸਲਾ ਲੈ ਲਈਏ ਵੀ ਕਿਸੇ ਨੇ ਹੋਰ ਨੇ ਜੇ ਇੱਕ ਤਰ੍ਹਾਂ ਦਾ ਕੋਈ ਪ੍ਰੋਡਕਟ ਲਿਆ, ਉਹ ਸੇਮ ਪ੍ਰੋਡਕਟ ਜਿਹੜਾ ਹੈਗਾ ਉਹ ਅਸੀਂ ਉਹਨੂੰ ਦੇਖ ਕੇ ਹੀ ਜਿਹੜਾ ਹੈਗਾ ਉਹ ਬਾਏ ਕਰ ਲਈਏ। ਜੀ ਜਤਿੰਦਰ ਜੀ, ਸੋ ਮੋਸਟਲੀ ਅਗਰ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਗੱਲ ਕਰੂੰਗਾ, ਸੋ ਯੰਗ ਏਜ ਦੇ ਵਿੱਚ ਕੀ ਹੁੰਦਾ, ਜਦੋਂ ਸਪੈਸ਼ਲੀ ਅਸੀਂ ਕੈਨੇਡਾ ਵਿੱਚ ਆਉਂਦੇ ਹਾਂ, ਹੁਣ ਜਿੱਦਾਂ ਮੈਂ ਸਟਾਰਟਿੰਗ 'ਚ ਕਿਹਾ, ਇੰਡੀਆ ਦੇ ਵਿੱਚ ਇੰਸ਼ੋਰੈਂਸ ਦੇ ਜਿਹੜੇ ਪਲਾਨ ਪੋਪੂਲਰ ਨੇ ਉਹ ਹੈਗੇ ਆ ਮਨੀ ਬੈਕ, ਵੀ ਸਾਨੂੰ ਇੰਨੇ ਸਾਲ ਅਸੀਂ ਪੇਮੈਂਟ ਕਰਨੀ ਆ, ਦੈਨ ਮਨੀ ਬੈਕ ਆ ਜਾਣੀ ਆ। ਸੋ ਇੱਥੇ ਵੀ ਕਈ ਵਾਰੀ ਕਾਲ ਆਉਂਦੀ ਆ, ਲਖਵੀਰ ਅਸੀਂ ਮਨੀ ਬੈਕ ਲਾਈਫ ਇੰਸ਼ੋਰੈਂਸ ਲੈਣੀ ਆ, ਬਟ ਉੱਥੇ ਐਜ਼ ਅ ਬੀਇੰਗ ਐਡਵਾਈਜ਼ਰ ਮੇਰੀ ਪਰਸਨਲ ਰਿਸਪੋਂਸਿਬਿਲਿਟੀ ਬਣ ਜਾਂਦੀ ਆ ਵੀ ਤੁਹਾਨੂੰ ਕਿਉਂ ਚਾਹੀਦੀ ਆ ਮਨੀ ਬੈਕ ਲਾਈਫ ਇੰਸ਼ੋਰੈਂਸ। ਉਹ ਫੇਰ ਆਨਸਰ ਆਉਂਦਾ, ਮੇਰੇ ਫਰੈਂਡ ਨੇ ਲਈ ਆ ਵੀ ਬਹੁਤ ਵਧੀਆ ਪਾਲਿਸੀ ਆ, ਵੀ ਅਸੀਂ ਇਹੀ ਲੈਣੀ ਆ। ਹੁਣ ਉੱਥੇ ਜੇ ਮੈਂ ਆਪਣੀ ਡਿਊਟੀ ਨਾ ਕਰਾਂ, ਜੇ ਮੈਂ ਇਹ ਸੋਚਾਂ ਵੀ ਨਹੀਂ ਮਨੀ ਬੈਕ ਲਾਈਫ ਇੰਸ਼ੋਰੈਂਸ ਦਾ ਪਲਾਨ ਕਲਾਇੰਟ ਨੇ ਰਿਕੁਐਸਟ ਕੀਤੀ ਆ, ਮੈਂ ਫਟਾਫਟ ਪੇਪਰ ਵਰਕ ਡਨ ਕਰਾਂ, ਇਨਫੋਰਮੇਸ਼ਨ ਦੱਸਾਂ ਵੀ ਆਹ ਚਾਹੀਦੀ ਆ, ਡਨ। ਉਹ ਸੌਖਾ ਜਿਹਾ ਕੰਮ ਹੈ, ਜੋ ਬੰਦੇ ਨੇ ਮੰਗਿਆ ਉਹ ਚੱਕ ਕੇ ਆਪਾਂ ਦੇਤਾ। ਐਵੇਂ ਆਪਾਂ ਹੁਣ ਰਿਟੇਲ ਤੇ ਵੀ ਜਦੋਂ ਜਾਂਦੇ ਆ ਕਿਸੇ ਸਟੋਰ ਤੇ, ਉੱਥੇ ਹੀ ਜਿਹੜੀ ਚੀਜ਼ ਚਾਹੀਦੀ ਆ ਆਪਾਂ ਨੂੰ ਉਹ ਲੈਂਦੇ ਆ ਤੇ ਆਪਾਂ ਨੂੰ ਉਹ ਮਿਲ ਜਾਂਦੀ ਆ। ਬਟ ਇੰਸ਼ੋਰੈਂਸ ਦੇ ਵਿੱਚ ਏਦਾਂ ਨਹੀਂ ਹੈਗਾ, ਉੱਥੇ ਐਡਵਾਈਜ਼ਰ ਦੀ ਰਿਸਪੋਂਸਿਬਿਲਿਟੀ ਬਣ ਜਾਂਦੀ ਹੈ ਜਦੋਂ ਏਦਾਂ ਕੋਈ ਰਿਕੁਐਸਟ ਆਉਂਦੀ ਆ ਵੀ ਹੁਣ ਉਹਨੂੰ ਪਾਰਟੀਕੂਲਰ ਪ੍ਰੋਡਕਟ ਕਿਉਂ ਚਾਹੀਦਾ ਵਾ। ਉੱਥੇ ਐਜ਼ ਅ ਬੀਇੰਗ ਐਡਵਾਈਜ਼ਰ ਮੈਂ ਇਹ ਕੁਐਸਚਨ ਪੁੱਛਣੇ ਆ ਵੀ ਤੁਹਾਡੀ ਲਾਇਬਿਲਿਟੀ ਕੀ ਆ, ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੈਨੇਡਾ ਆਇਆਂ ਨੂੰ, ਤੇ ਤੁਸੀਂ ਜੌਬ ਕੀ ਕਰਦੇ ਹੋ, ਕੋਈ ਕੰਮ ਤੋਂ ਕਵਰੇਜ ਹੈਗੀ ਆ ਜਾਂ ਨਹੀਂ ਹੈਗੀ। ਫਿਰ ਉੱਥੇ ਜਿਹੜਾ ਮਨੀ ਬੈਕ ਲਾਈਫ ਇੰਸ਼ੋਰੈਂਸ ਦਾ ਪਲਾਨ ਆ ਉਹਦੇ ਬਾਰੇ ਡਿਟੇਲ 'ਚ ਐਜੂਕੇਟ ਕਰਨਾ ਵਾ ਉਹਨਾਂ ਨੂੰ। ਰੀਜ਼ਨ ਜਤਿੰਦਰ ਜੀ, ਕਿਉਂਕਿ ਇਹਦੇ ਵਿੱਚ ਕੀ ਆ, ਟੈਕਸ ਇੰਪਲੀਕੇਸ਼ਨਸ ਹੁੰਦੀਆਂ ਨੇ। ਜਦੋਂ ਅਸੀਂ ਪੈਸਾ ਵਿਦਡਰਾ ਕਰਨਾ, ਜੋ ਅਸੀਂ ਪੇ ਕੀਤਾ ਉਹਦਾ ਅੱਗੇ ਡਿਫਰੈਂਸ, ਉਹਦੇ 'ਤੇ ਟੈਕਸ ਵੀ ਲੱਗਣਾ।
ਕੱਲ ਨੂੰ ਜਾਂ ਫਿਰ ਸਾਨੂੰ ਇਹਦਾ ਲੋਨ ਪੈਸਾ ਵਿਡਰਾਅ ਕਰਨਾ ਪੈਣਾ, ਫਿਰ ਉਹ ਲੋਨ ਦੇ ਉੱਤੇ ਪ੍ਰਾਈਮ ਪਲੱਸ 1% ਇੰਟਰਸਟ ਵੀ ਲੱਗਣਾ। ਐਟ ਦਾ ਐਂਡ ਉਹ ਕਿਹਦੀ ਪਾਕਟ 'ਚੋਂ ਜਾ ਰਿਹਾ ਪੈਸਾ? ਬਿਲਕੁਲ ਕਲਾਇੰਟ ਦੀ ਪਾਕਟ 'ਚੋਂ ਜਾ ਰਿਹਾ ਵਾ। ਹੁਣ ਕੰਟਰੀ ਦੇ ਵਿੱਚ ਨਵਾਂ ਵਾ ਪਰਸਨ, ਆਪਾਂ ਨੂੰ ਵੀ ਪਤਾ ਵਾ ਐਜ਼ ਅ ਬੀਇੰਗ ਐਡਵਾਈਜ਼ਰ ਅਸੀਂ ਸੋਚਣਾ ਵਾ ਵੀ ਹਲੇ ਉਹਨੇ ਆਪਣਾ ਕਰੀਅਰ ਇੱਥੇ ਸਟਾਰਟ ਕੀਤਾ। ਬਿਲਕੁਲ ਠੀਕ। ਕੱਲ ਨੂੰ ਉਹਨੂੰ ਘਰ ਲੈਣ ਲਈ ਵੀ ਪੈਸਾ ਚਾਹੀਦਾ, ਕੱਲ ਨੂੰ ਉਹਦੀ ਫੈਮਿਲੀ ਬੈਕ ਹੋਮ ਤੇ ਉਹਦੇ ਡਿਪੈਂਡ ਹੋ ਸਕਦੀ ਆ, ਉਹਨਾਂ ਨੂੰ ਅਗਰ ਕੋਈ ਫਾਈਨੈਂਸ਼ੀਅਲੀ ਸਟਰਗਲ ਕਰਨੀ ਪਈ ਉਹਦੇ ਲਈ ਵੀ ਪੈਸਾ ਚਾਹੀਦਾ। ਹੁਣ ਵਾਈ ਨਾਟ ਮੈਂ ਉਹੀ ਪੈਸਾ ਜਿਹੜਾ ਉਹ ਮਨੀ ਬੈਕ 'ਚ ਇੰਟਰਸਟਡ ਸੀਗੇ ਜਸਟ ਵੀ ਬਿਕੋਜ਼ ਉਹਨਾਂ ਦੇ ਫਰੈਂਡ ਨੇ ਪਾਲਿਸੀ ਲਈ ਆ, ਉਹੀ ਪੈਸਾ ਮੈਂ ਉਹਨਾਂ ਦਾ ਕਿਤੇ ਇਨਵੈਸਟ ਕਰਦਾ ਜਿਹਦੇ ਤੇ ਕੰਟਰੋਲ ਕਲਾਇੰਟ ਦਾ ਹੋਵੇ ਨਾ ਕਿ ਇੰਸ਼ੋਰੈਂਸ ਕੰਪਨੀ ਦਾ। ਸੋ ਇਹ ਸਮਝਣਾ ਇੰਪੋਰਟੈਂਟ ਹੈ। ਜਦੋਂ ਆਪਾਂ ਇੰਨਾ ਕੁਛ ਐਕਸਪਲੇਨ ਕਰ ਦਿੰਦੇ ਆ, ਮੋਸਟਲੀ ਤੁਸੀਂ ਬਿਲੀਵ ਕਰੋਗੇ ਅਪ ਟੂ 95% ਭੈਣ ਭਰਾ ਨੋ ਕਰ ਦਿੰਦੇ ਆ ਪਲਾਨ ਨੂੰ। ਅੱਛਾ, ਰੀਜ਼ਨ ਉਹਦੇ 'ਚ ਕੀ ਰੀਜ਼ਨ ਹੁੰਦਾ? ਉਹਦੇ 'ਚ ਰੀਜ਼ਨ ਕਿਉਂਕਿ ਜਦੋਂ ਉਹਨਾਂ ਨੂੰ ਸੱਚ ਦੱਸਦੇ ਆ, ਆਪਾਂ ਗਾਈਡ ਕਰਦੇ ਆ, ਉਹਨਾਂ ਨੂੰ ਉਹਨਾਂ ਦੀ ਨੀਡ ਦੇ ਅਕੋਰਡਿੰਗ ਐਕਸਪਲੇਨ ਕਰਦੇ ਆ। ਅੱਛਾ, ਉਹਨਾਂ ਨੂੰ ਇਹ ਲੱਗਦਾ ਵੀ ਇਹ ਸ਼ਾਇਦ ਆਪਣੀ ਮਰਜ਼ੀ ਦਾ ਮੈਨੂੰ ਕੁਝ ਵੇਚਣ ਦੀ ਬੰਦਾ ਕੋਸ਼ਿਸ਼ ਕਰ ਰਿਹਾ। ਹਾਂਜੀ ਬਿਲਕੁਲ। ਹੁਣ ਜਦੋਂ ਉਹਨਾਂ ਨੂੰ ਨੀਡ ਦੱਸ ਦਿੱਤੀ ਵੀ ਤੁਹਾਡੇ ਆਉਣ ਵਾਲੇ ਟਾਈਮ 'ਚ ਤੁਹਾਨੂੰ ਪੈਸਾ ਚਾਹੀਦਾ, ਅੱਗੇ ਆਪਾਂ ਜਦੋਂ ਸਟਾਰਟਿੰਗ 'ਚ ਗੱਲ ਕੀਤੀ ਹੈ ਵੀ ਬੱਚੇ ਆ ਫੈਮਿਲੀ 'ਚ, ਬੱਚੇ ਛੋਟੇ ਆ ਤਾਂ ਉਹਨਾਂ ਦੀ ਐਜੂਕੇਸ਼ਨ ਲਈ ਵੀ ਪੈਸਾ ਚਾਹੀਦਾ। ਹੁਣ ਉਹਦਾ ਕੀ ਆ ਵੀ ਉਹ ਕਲਾਇੰਟ ਨੇ ਵੀ ਸੋਚਣਾ ਤੇ ਐਡਵਾਈਜ਼ਰ ਨੇ ਵੀ ਸੋਚਣਾ ਵੀ ਉਹਨਾਂ ਨੂੰ ਕਿੱਥੇ ਪੈਸੇ ਦੀ ਲੋੜ ਪੈ ਸਕਦੀ ਆ। ਇਹ ਨਾ ਹੋਵੇ ਵੀ ਉਹ ਜਿੰਨੀ ਮਿਹਨਤ ਨਾਲ ਕਮਾਈ ਕਰਦੇ ਆ ਵੀ ਆਪਾਂ ਸਾਰਾ ਪੈਸਾ ਇੰਸ਼ੋਰੈਂਸ 'ਚ ਹੀ ਪਾ ਦਈਏ, ਉਹਨਾਂ ਕੋਲੇ ਓਪਨ ਇਨਵੈਸਟਮੈਂਟ ਹੀ ਨਾ ਹੋਵੇ। ਕੋਵਿਡ ਤੋਂ ਆਪਾਂ ਰੀਸੈਂਟਲੀ ਲੈਸਨ ਸਿੱਖਿਆ, ਕਿੰਨਾ ਇਫੈਕਟ ਪਿਆ ਕਈ ਭੈਣ ਭਰਾਵਾਂ ਦੇ ਕੰਮ ਤੇ। ਸੋ ਕਈਆਂ ਦਾ ਕੰਮ ਚੱਲਦਾ ਸੀ, ਕਈ ਬਿਲਕੁਲ ਹੀ ਘਰ ਬੈਠੇ ਸੀ। ਹੁਣ ਇਹੀ ਉਹਨਾਂ ਦਾ ਪੈਸਾ ਅਗਰ ਮੰਥਲੀ ਉਹ ਮੰਨ ਲਓ 400-500 ਇਨਵੈਸਟ ਕਰਦੇ ਹੁੰਦੇ ਇੰਸ਼ੋਰੈਂਸ ਦੇ ਵਿੱਚ, ਇਹ ਸੋਚ ਕੇ ਵੀ ਇਹ ਜਸਟ ਮਨੀ ਬੈਕ ਆ। ਬਟ ਹੁਣ ਉੱਥੇ ਪ੍ਰੋਬਲਮ ਕੀ ਆ, ਆਪਾਂ ਪਹਿਲਾਂ ਹੀ ਗੱਲ ਕਰ ਲਈ ਵੀ ਟੈਕਸ ਵੀ ਆ, ਲੋਨ ਵੀ ਲੈਣਾ ਪੈਣਾ। ਇਹੀ ਪੈਸਾ ਉਹਨਾਂ ਦੀ ਇੰਸ਼ੋਰੈਂਸ ਦੇ ਵਿੱਚ ਜੇ ਜਿੰਨੀ ਜ਼ਰੂਰਤ ਸੀ ਆਪਾਂ $100 ਦਾ ਪਲਾਨ ਲੈ ਲਿਆ, ਬਾਕੀ ਦਾ ਪੈਸਾ ਉਹਨਾਂ ਦਾ TFS 'ਚ ਪਾ ਲਿਆ ਜਾਂ ਹੋਰ ਨਾਨ ਰਜਿਸਟਰਡ ਇਨਵੈਸਟਮੈਂਟਸ ਨੇ ਉਹਨਾਂ 'ਚ ਪਾ ਲਿਆ। ਕੱਲ੍ਹ ਉਹਨਾਂ ਨੂੰ ਪੈਸੇ ਦੀ ਜ਼ਰੂਰਤ ਪੈਂਦੀ ਆ, ਐਟਲੀਸਟ ਉਹ ਵਿਡਰਾਅ ਤਾਂ ਕਰ ਸਕਦੇ ਆ। ਸੋ ਕਹਿਣ ਦਾ ਮਤਲਬ ਇਹ ਵੀ ਇੱਕ ਪਲੈਨਿੰਗ ਹੈ ਵੀ ਅਸੀਂ ਆਪਣਾ ਪੈਸਾ ਕਿੱਥੇ ਰੱਖਣਾ। ਇਹ ਨਹੀਂ ਹੈਗਾ ਮਤਲਬ ਬਹੁਤ ਵਾਰ ਜਿਹੜੀ ਇਹ ਤੁਸੀਂ ਬੜੀ ਪਤੇ ਦੀ ਗੱਲ ਕਹੀ ਹੈ, ਸ਼ਾਇਦ ਮੈਂ ਵੀ ਕਿਸੇ ਵੇਲੇ ਇਸ ਚੀਜ਼ ਨੂੰ ਇਦਾਂ ਹੀ ਸੋਚਦਾ ਬਈ ਜੇ ਮੈਨੂੰ ਲਖਵੀਰ ਜੀ ਕੋਈ ਪਲਾਨ ਰਿਕਮੈਂਡ ਕਰ ਰਹੇ ਆ ਤਾਂ ਸ਼ਾਇਦ ਲਖਵੀਰ ਜੀ ਦਾ ਇਹਦੇ 'ਚ ਕੋਈ ਫਾਇਦਾ ਹੈਗਾ, ਜਦ ਕਿ ਇਸ ਤਰ੍ਹਾਂ ਹੁੰਦਾ ਨਹੀਂਗਾ। ਇਹ ਜਿਹੜਾ ਹੈਗਾ ਤੁਸੀਂ ਉਹਦੇ ਬਕਾਇਦਾ ਫਾਰਮੂਲੇ ਜਾਂ ਜੋ ਵੀ ਉਹਦਾ ਐਨਾਲਿਸਿਸ ਹੈਗਾ ਉਹਦੇ ਆਧਾਰ ਤੇ ਜਿਹੜੇ ਹੈਗੇ ਫੈਸਲੇ ਲਏ ਜਾਂਦੇ ਆ। ਟੱਟ ਸਾਹਿਬ, ਆਪਣੀ ਗੱਲਬਾਤ ਨੂੰ ਆਪਾਂ ਅੱਗੇ ਵਧਾਉਂਦੇ ਆ। ਜਿਵੇਂ ਆਪਾਂ ਗੱਲ ਕਰ ਰਹੇ ਸੀਗੇ, ਜਿਹੜਾ ਇਹ ਹੈ 2-ਵੇ ਪ੍ਰੋਸੈਸ ਹੈ ਜਿਹਦੇ ਵਿੱਚ ਐਡਵਾਈਜ਼ਰ ਤੇ ਜਿਹੜਾ ਕਸਟਮਰ ਹੈ ਜੀ, ਉਹਨਾਂ ਦੋਨਾਂ ਦੀਆਂ ਹੀ ਕੁਛ ਨਾ ਕੁਛ ਇੱਕ ਜ਼ਿੰਮੇਵਾਰੀਆਂ ਬਣਦੀਆਂ। ਜੇ ਆਪਾਂ ਕਸਟਮਰ ਦੇ ਪੁਆਇੰਟ ਆਫ ਵਿਊ ਤੋਂ ਅੱਜ ਆਪਾਂ ਗੱਲ ਕਰ ਰਹੇ ਹਾਂ, ਬਿਲਕੁਲ ਜੀ, ਕਸਟਮਰ ਦੀਆਂ ਕੀ ਜ਼ਿੰਮੇਵਾਰੀਆਂ ਬਣਦੀਆਂ, ਕਲਾਇੰਟ ਦੀਆਂ ਕੀ ਜ਼ਿੰਮੇਵਾਰੀਆਂ ਬਣਦੀਆਂ, ਇਹਦੇ ਤੇ ਥੋੜੀ ਰੋਸ਼ਨੀ ਪਾਓ। ਜਤਿੰਦਰ ਜੀ, ਸੋ ਜਦੋਂ ਆਪਣਾ ਐਪਲੀਕੇਸ਼ਨ ਆਪਾਂ ਸਬਮਿਟ ਕਰਨੀ ਹੁੰਦੀ ਆ ਐਡਵਾਈਜ਼ਰ ਨੇ, ਤਾਂ ਐਡਵਾਈਜ਼ਰ ਵੱਲੋਂ ਬਹੁਤ ਸਾਰੇ ਕੁਐਸਚਨ ਆ ਜਿਹੜੇ ਕਲਾਇੰਟ ਤੋਂ ਕਨਫਰਮ ਕੀਤੇ ਜਾਂਦੇ ਆ। ਇੰਪੋਰਟੈਂਟ ਕੁਐਸਚਨ ਹੁੰਦਾ ਰਿਗਾਰਡਿੰਗ ਮੈਡੀਕਲ ਹਿਸਟਰੀ ਜਾਂ ਫਿਰ ਪੇਰੈਂਟਸ ਦੀ ਮੈਡੀਕਲ ਹਿਸਟਰੀ। ਹੁਣ ਇਹਨਾਂ ਦੋਨਾਂ ਦੇ ਵਿੱਚ ਬਹੁਤ ਡਿਫਰੈਂਸ ਆ। ਜਦੋਂ ਤਾਂ ਆਪਾਂ ਕਲਾਇੰਟ ਦੀ ਮੈਡੀਕਲ ਹਿਸਟਰੀ ਬਾਰੇ ਪੁੱਛਦੇ ਹਾਂ, ਉਹਦਾ ਰੈਕਡ ਇੱਥੇ ਕੈਨੇਡਾ ਦੇ ਵਿੱਚ ਬਣਿਆ ਹੁੰਦਾ, ਡਾਕਟਰ ਤੋਂ ਅਟੈਂਡਿੰਗ ਫਿਜ਼ੀਸ਼ੀਅਨ ਸਟੇਟਮੈਂਟ ਵੀ ਆਰਡਰ ਕੀਤੀ ਜਾਂਦੀ ਆ ਜਾਂ ਇੰਸ਼ੋਰੈਂਸ ਕੰਪਨੀ ਵੱਲੋਂ ਐਡੀਸ਼ਨ ਦੇ ਵਿੱਚ ਉਹਦਾ ਮੈਡੀਕਲ ਕੀਤਾ ਜਾਂਦਾ। ਬਟ ਜਦੋਂ ਕਈ ਵਾਰੀ ਅਸੀਂ ਪੇਰੈਂਟਸ ਦੀ ਮੈਡੀਕਲ ਹਿਸਟਰੀ ਦਾ ਕੁਐਸਚਨ ਪੁੱਛਦੇ ਹਾਂ, ਉੱਥੇ ਕਈ ਵਾਰੀ ਆਪਾਂ ਸੀਰੀਅਸ ਨਹੀਂ ਲੈਂਦੇ ਜਾਂ ਆਪਾਂ ਉੱਦਾਂ ਹੀ ਕੈਜੂਅਲ ਲੈ ਕੇ ਆਨਸਰ ਕਰ ਦਿੰਦੇ ਆ। ਬਟ ਇਹ ਇੰਪੋਰਟੈਂਟ ਕਿਉਂ ਆ? ਰੀਜ਼ਨ ਕਿਉਂਕਿ ਹੁਣ ਦੇਖੋ ਕਿਸੇ ਪੇਰੈਂਟਸ ਨੂੰ ਯੰਗ ਏਜ ਦੇ ਵਿੱਚ ਡਾਇਬਟੀਜ਼ ਆ, ਦੋਨੋਂ ਪੇਰੈਂਟਸ ਨੂੰ, ਜਾਂ ਹੋਰ ਆਪਾਂ ਹੁਣ ਕਿੰਨੀਆਂ ਕ੍ਰੋਨਿਕ ਡਿਸੀਜ਼ ਸੁਣਦੇ ਆ, ਕੈਂਸਰ ਆ। ਹੁਣ ਉਹ ਚੀਜ਼ ਨੂੰ ਇੱਥੇ ਮੈਂਸ਼ਨ ਕਰਨਾ ਇੰਪੋਰਟੈਂਟ ਆ। ਰੀਜ਼ਨ ਕਿਉਂਕਿ ਜਦੋਂ ਆਪਾਂ ਇੰਸ਼ੋਰੈਂਸ ਕੰਪਨੀ ਨੂੰ ਦੱਸਦੇ ਹਾਂ ਵੀ ਮੇਰੇ ਪੇਰੈਂਟਸ ਨੂੰ ਬਿਫੋਰ ਏਜ 65 ਇਹ ਪ੍ਰੋਬਲਮਸ ਆਈਆਂ ਸੀ, ਹੋ ਸਕਦਾ ਉਸ ਬੇਸ ਦੇ ਉੱਤੇ ਇੰਸ਼ੋਰੈਂਸ ਕੰਪਨੀ ਨੇ ਜੋ ਮੈਨੂੰ ਸਟੈਂਡਰਡ ਰੇਟ ਦੇ ਉੱਤੇ ਪਲਾਨ ਦੇਣਾ ਸੀ, ਉਹ ਸਟੈਂਡਰਡ ਰੇਟ ਤੇ ਨਾ ਦੇਵੇ, ਉਹ ਹਾਈ ਰੇਟ ਤੇ ਦੇਵੇ, ਥੋੜਾ ਰੇਟ ਅਪ ਕਰ ਦੇਵੇ। ਰੀਜ਼ਨ ਕਿਉਂਕਿ ਸਾਨੂੰ ਵੀ ਅਰਲੀ ਏਜ ਦੇ ਵਿੱਚ ਸਮਟਾਈਮ ਸੇਮ ਪ੍ਰੋਬਲਮ ਆਉਣ ਦੇ ਚਾਂਸਸ ਹੋ ਸਕਦੇ ਆ। ਹੁਣ ਆਪਾਂ ਨੂੰ ਕਈ ਵਾਰੀ ਭੈਣ ਭਰਾ ਕਹਿ ਦਿੰਦੇ ਆ ਵੀ ਡਾਇਬਟੀਜ਼ ਆ ਜਾਂ ਕੈਂਸਰ ਆ, ਰਹਿਣ ਦਿਓ, ਇੱਥੇ ਕਿਹੜਾ ਕੈਨੇਡਾ 'ਚ ਕੋਈ ਹਿਸਟਰੀ ਆ ਜਾਂ ਆਪਾਂ ਕਿਹੜਾ ਇੱਥੇ ਪਤਾ ਲੱਗਣਾ ਵਾ, ਬੈਕ ਹੋਮ ਇੰਡੀਆ ਵੀ ਬੈਕ ਹੋਮ ਆ, ਉਹਨਾਂ ਨੇ ਇੱਥੇ ਆਉਣਾ ਨਹੀਂ ਹੈਗਾ। ਇਹ ਕਾਮਨ ਆਨਸਰ ਆ। ਬਟ ਜਦੋਂ ਅਸੀਂ ਕੈਨੇਡਾ ਦੇ ਵਿੱਚ ਫੈਮਿਲੀ ਡਾਕਟਰ ਨੂੰ ਰਜਿਸਟਰ ਕਰਦੇ ਹਾਂ, ਸੋ ਡਾਕਟਰ ਵੀ ਸਾਡੇ ਤੋਂ ਫੈਮਿਲੀ ਮੈਡੀਕਲ ਹਿਸਟਰੀ ਪੁੱਛਦੇ ਆ, ਉੱਥੇ ਅਸੀਂ ਸਾਰਾ ਕੁਝ ਸੱਚ ਦੱਸ ਦਿੰਦੇ ਆ। ਰੀਜ਼ਨ ਕਿਉਂਕਿ ਕੱਲ੍ਹ ਨੂੰ ਅਗਰ ਕੋਈ ਵੀ ਸਿੰਪਟਮ ਆਉਂਦੇ ਆ, ਸਾਨੂੰ ਐਟਲੀਸਟ ਉਹ ਰਾਈਟ ਵੇ ਐਕਸ਼ਨ ਲੈ ਸਕਣ ਡਾਕਟਰ। ਹੁਣ ਜਦੋਂ ਕੱਲ੍ਹ ਨੂੰ ਕਲੇਮ ਆਉਣਾ ਇਨ ਕੇਸ ਆਫ ਕਿਸੇ ਵੀ ਸਿਨੈਰੀਓ ਦੇ ਵਿੱਚ ਹੋ ਸਕਦਾ,
ਸੋ ਉਦੋਂ ਡਾਕਟਰ ਦਾ ਰੈਕਡ ਫੇਰ ਚੈੱਕ ਹੋਣਾ। ਉੱਥੇ ਇੰਸ਼ੋਰੈਂਸ ਕੰਪਨੀ ਅਗੇਨ ਆਬਜੈਕਸ਼ਨ ਕਰ ਸਕਦੀ ਆ ਵੀ ਨਹੀਂ ਤੁਸੀਂ ਮਿਸਰੀਪ੍ਰੈਜ਼ੈਂਟੇਸ਼ਨ ਕੀਤੀ ਆ। ਬਿਲਕੁਲ ਬਿਲਕੁਲ। ਸੋ ਇਹ ਛੋਟੀਆਂ ਗੱਲਾਂ ਬਸ ਸਾਨੂੰ ਧਿਆਨ ਰੱਖਣ ਦੀ ਬਹੁਤ ਜ਼ਰੂਰਤ ਆ। ਫਿਰ ਅਸੀਂ ਕਹਿੰਦੇ ਆ ਵੀ ਇੰਸ਼ੋਰੈਂਸ ਵਾਲੇ ਜਿਹੜੇ ਹੈਗੇ ਉਹ ਪੈਸਾ ਨਹੀਂ ਦੇਣਾ ਚਾਹੁੰਦੇ ਕਿਉਂਕਿ ਦੇਖੋ ਹੁਣ ਇੱਥੇ ਐਡਵਾਈਜ਼ਰ ਦੀ ਵੀ ਰਿਸਪੌਂਸਿਬਿਲਿਟੀ ਬਣਦੀ ਆ ਵੀ ਇਹ ਚੀਜ਼ ਨੂੰ ਫੋਰਸ ਕੀਤਾ ਜਾਵੇ। ਸੋ ਕਦੇ ਵੀ ਕਲਾਇੰਟ ਨੂੰ ਜਦੋਂ ਜਿੰਨਾ ਟਾਈਮ ਅਸੀਂ ਇੰਪੋਰਟੈਂਸ ਹੀ ਨਹੀਂ ਦੱਸਾਂਗੇ ਇਹ ਚੀਜ਼ ਦੀ, ਹੁਣ ਮੰਨ ਲਓ ਕਲਾਇੰਟ ਨੇ ਇਸ ਤਰ੍ਹਾਂ ਆਨਸਰ ਕੀਤਾ ਵੀ ਉਹ ਬੈਕ ਹੋਮ ਨੇ ਕਿਹੜਾ ਇੱਥੇ ਆਉਣਾ, ਸੋ ਬਿਲਕੁਲ ਠੀਕ ਠਾਕ ਆਪਾਂ ਕਨਫਰਮ ਕਰਨ ਨੂੰ ਕਹਿੰਦੇ ਆ। ਹੁਣ ਜੇ ਆਪਾਂ ਨੂੰ ਲੱਗੇ ਵੀ ਨਹੀਂ ਕਲਾਇੰਟ ਨੇ ਕਨਫਰਮ ਨਹੀਂ ਕੀਤਾ, ਉਹਨਾਂ ਨੇ ਜੋ ਸੀਗਾ ਬਸ ਦੱਸ ਦਿੱਤਾ, ਬਟ ਅਸੀਂ ਉਹਨੂੰ ਡਿਫਰੈਂਸ ਹੀ ਨਹੀਂ ਦੱਸਿਆ, ਅੱਗੇ ਫੈਮਿਲੀ ਡਾਕਟਰ ਤੱਕ ਦੱਸਿਆ ਹੀ ਨਹੀਂ, ਫਿਰ ਦੈਟ ਮੀਨ ਇੱਥੇ ਸਾਡੇ 'ਚ ਕਮੀ ਆ, ਨਾਟ ਕਲਾਇੰਟ ਦੇ ਵਿੱਚ। ਬਟ ਹੁਣ ਜਦੋਂ ਕਲਾਇੰਟ ਨੂੰ ਇਹ ਚੀਜ਼ਾਂ ਦਾ ਪਤਾ ਹੋਊਗਾ ਸੋ ਫॉर ਸ਼ੋਰ ਵੀ ਉਹ ਅਪ ਫਰੰਟ ਡਿਸਕਲੋਜ਼ ਕਰਨਗੇ ਸਾਰਾ ਜੀ। ਤੇ ਇਹ ਨਾ ਦੱਸਣ ਦਾ ਇੱਕ ਵੱਡਾ ਕਾਰਨ ਵੀ ਤਾਂ ਇਹੀ ਹੁੰਦਾ ਕਿ ਆਪਾਂ ਖਰਚੇ ਤੋਂ ਡਰਦੇ ਹਾਂ ਵੀ ਸਾਡੀ ਪਾਲਿਸੀ ਪਤਾ ਨਹੀਂ ਕਿੰਨੀ ਕੁ ਜ਼ਿਆਦਾ ਮਹਿੰਗੀ ਹੋ ਜਾਣੀ ਹੈ, ਇਸ ਕਰਕੇ ਅਸੀਂ ਜਿਹੜੀਆਂ ਹੈਗੀਆਂ ਉਹ ਥੋੜਾ ਜਿਹਾ ਝੂਠ ਜਿਹੜਾ ਹੈਗਾ ਉਹ ਬੋਲ ਜਾਂਦੇ ਆ, ਉਹਦੇ 'ਚ ਛੁਪਾ ਜਾਂਦੇ ਆ ਕੁਝ ਫੈਕਟਸ ਨੂੰ ਤੇ ਫਿਗਰਸ ਨੂੰ, ਤੇ ਇਹ ਅਲਟੀਮੇਟਲੀ ਜਾ ਕੇ ਸਾਨੂੰ ਖੁਦ ਨੂੰ ਹੀ ਜਿਹੜਾ ਹੈਗਾ ਉਹ ਮਹਿੰਗਾ ਪੈ ਜਾਂਦਾ। ਬਿਲਕੁਲ ਜਤਿੰਦਰ ਜੀ, ਇਹਦੇ ਨਾਲ ਹੀ ਜਦੋਂ ਮੈਡੀਕਲ ਦੇ ਵਿੱਚ ਇੱਕ ਹੋਰ ਇੰਪੋਰਟੈਂਟ ਇਨਫੋਰਮੇਸ਼ਨ ਸਮਟਾਈਮ ਕੀ ਹੁੰਦਾ ਵਾ, ਆਪਾਂ ਵਿਦਨ ਅ ਈਅਰ ਵਨਸ ਅ ਵਾਈਲ ਨਿਕੋਟੀਨ ਵਾਲਾ ਪ੍ਰੋਡਕਟ ਯੂਜ਼ ਕਰਦੇ ਹਾਂ, ਜਾਂ ਆਪਾਂ ਪਹਿਲਾਂ ਜਾਂ ਕਈ ਵਾਰੀ ਇਹੋ ਜਿਹੇ ਇਨਵਾਇਰਮੈਂਟ ਦੇ ਵਿੱਚ ਕੰਮ ਕਰਦੇ ਹਾਂ ਜਿੱਥੇ ਆਪਾਂ ਸੈਕਿੰਡ ਹੈਂਡ ਸਮੋਕਰ ਦੇ ਵਿੱਚ ਵੀ ਆ ਜਾਂਦੇ ਹਾਂ। ਸੋ ਉਹਦਾ ਮਤਲਬ ਕੀ ਆ ਵੀ ਤੁਹਾਡੇ ਇਨਵਾਇਰਮੈਂਟ ਦੇ ਵਿੱਚ ਜਿੱਥੇ ਤੁਸੀਂ ਜੌਬ ਕਰਦੇ ਹੋ ਬਹੁਤ ਆਲੇ ਦੁਆਲੇ ਸਮੋਕਿੰਗ ਆ, ਜਾਂ ਫਿਰ ਅਸੀਂ ਕਹਿ ਦਿੰਦੇ ਹਾਂ ਵੀ ਸਾਲ ਦੇ ਵਿੱਚ ਆਪਾਂ ਇੱਕ ਅੱਧੀ ਵਾਰ ਨਿਕੋਟੀਨ ਵਾਲਾ ਪ੍ਰੋਡਕਟ ਯੂਜ਼ ਕੀਤਾ, ਸੋ ਉਹ ਚੀਜ਼ ਨੂੰ ਅਸੀਂ ਕਈ ਵਾਰੀ ਸੀਰੀਅਸ ਨਹੀਂ ਲੈਂਦੇ। ਸੋ ਨਿਕੋਟੀਨ ਪ੍ਰੋਡਕਟ ਜਿਹੜਾ ਹੈਗਾ ਵਾ, ਨਿਕੋਟੀਨ ਆਉਂਦੀ ਆ ਜਿਨ੍ਹਾਂ ਪ੍ਰੋਡਕਟਸ ਦੇ ਵਿੱਚ, ਸੋ ਆਲਮੋਸਟ ਸਾਲ ਸਾਡੇ ਯੂਰਿਨ ਦੇ ਵਿੱਚ ਰਹਿੰਦੀ ਆ ਉਹ। ਓਕੇ, ਹੁਣ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਇਹ ਕਹਿ ਦਿੰਦੇ ਆ ਵੀ ਨਹੀਂ ਆਪਾਂ ਨੌਨ ਸਮੋਕਰ ਆਏ ਆ ਬਿਲਕੁਲ ਵੀ, ਜਾਂ ਆਪਾਂ ਨੂੰ ਇਹ ਚੀਜ਼ ਦੇ ਨੌਲੇਜ ਨਹੀਂ ਹੁੰਦੀ, ਬਟ ਔਨ ਦਾ ਸੇਮ ਟਾਈਮ ਅਸੀਂ ਆਪਣੇ ਫੈਮਿਲੀ ਡਾਕਟਰ ਦੇ ਕੋਲੇ ਉੱਥੇ ਰੈਗੂਲਰ ਚੈੱਕਅਪ ਕਰਵਾ ਰਹੇ ਹੁੰਦੇ ਆ, ਉੱਥੇ ਸਾਡਾ ਰੈਕਡ ਡਿਫਰੈਂਟ ਆ। ਹੁਣ ਡਾਕਟਰ ਉੱਥੇ ਕਈ ਵਾਰੀ ਇਹ ਨਹੀਂ ਦੱਸਦਾ ਵੀ ਤੁਹਾਡੇ ਯੂਰਿਨ ਦੇ ਵਿੱਚ ਨਿਕੋਟੀਨ ਆਈ ਆ, ਕਿਉਂਕਿ ਡਾਕਟਰ ਨੂੰ ਲੱਗਦਾ ਵੀ ਸ਼ਾਇਦ ਤੁਸੀਂ ਕਰਦੇ ਹੋਵੋਗੇ, ਬਟ ਇੰਸ਼ੋਰੈਂਸ ਕੰਪਨੀ ਦੇ ਵਿੱਚ ਇਹ ਬਿਲਕੁਲ ਹੀ ਆਪੋਜ਼ਿਟ ਆ। ਬਹੁਤ ਵਾਰੀ ਹੋਇਆ ਜਦੋਂ ਆਪਾਂ ਇੰਸ਼ੋਰੈਂਸ ਕੰਪਨੀ ਮੈਡੀਕਲ ਕਰਦੀ ਆ, ਸੋ ਜਦੋਂ ਨਿਕੋਟੀਨ ਆਉਂਦੀ ਆ ਉਹ ਰੇਟ ਡਬਲ ਹੋ ਜਾਂਦਾ ਆਲਮੋਸਟ, ਬਟ ਪਲੱਸ ਪੁਆਇੰਟ ਇਹ ਆ ਕੰਪਨੀ ਇਹ ਕਹਿ ਦਿੰਦੀ ਆ ਵੀ ਅਸੀਂ 12 ਮੰਥ ਬਾਅਦ ਰੀਕਨਸੀਡਰੇਸ਼ਨ ਕਰ ਲਾਂਗੇ। ਅੱਛਾ, ਫਿਰ ਉਹ ਹਟਾਇਆ ਵੀ ਜਾ ਸਕਦਾ। ਸੋ ਸਾਨੂੰ ਇੱਥੇ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਉਹ ਸੇਮ ਸਟੈਂਡਰਡ ਰੇਟ ਆਫਰ ਦੁਬਾਰਾ ਕਰ ਸਕਦੇ ਆ। ਫਿਰ ਉਹ ਪ੍ਰੀਮੀਅਮ ਰਿਵਾਈਜ਼ ਹੋ ਜਾਏਗਾ। ਬਿਲਕੁਲ ਜੀ, ਉਹ ਜੋ ਸਟੈਂਡਰਡ ਰੇਟ ਸੀਗਾ ਸਾਨੂੰ ਮਿਲਣਾ ਉਹ ਸਾਨੂੰ ਦੁਬਾਰਾ ਮਿਲ ਜਾਏਗਾ, ਬਟ ਉਹਦੀ ਕੰਡੀਸ਼ਨ ਇਹ ਆ ਜਦੋਂ 12 ਮੰਥ ਬਾਅਦ ਕੰਪਨੀ ਨੂੰ ਆਪਾਂ ਰਿਕੁਐਸਟ ਪਾਉਣੀ ਆ, ਉਹਨਾਂ ਨੇ ਦੁਬਾਰਾ ਮੈਡੀਕਲ ਕਰਨਾ, ਸੋ ਦੈਨ ਉਹ ਨੀਟ ਐਂਡ ਕਲੀਨ ਚਾਹੀਦੀਆਂ ਰੀਡਿੰਗਸ। ਅੱਛਾ, ਇੱਥੇ ਇੱਕ ਸਵਾਲ ਆਇਆ ਜੀ ਦੋਸਤ ਦਾ ਜਿਹੜਾ ਆਪਣਾ ਰੈਲੇਵੈਂਟ ਲੱਗਦਾ ਮੈਨੂੰ ਇਸ ਜਗ੍ਹਾ ਦੇ ਉੱਤੇ। ਉਹ ਕਹਿੰਦੇ ਆ ਕਿ ਮੈਡੀਕਲ ਤੇ ਨਾਨ ਮੈਡੀਕਲ ਇੰਸ਼ੋਰੈਂਸ 'ਚ ਫਰਕ ਕੀ ਹੁੰਦਾ? ਮੈਡੀਕਲ ਇੰਸ਼ੋਰੈਂਸ ਦੇ ਵਿੱਚ ਤੁਹਾਡੀ ਜਿਹੜੀ ਅੰਡਰਰਾਈਟਿੰਗ ਆ ਉਹ ਅਪ ਫਰੰਟ ਹੋਣੀ ਆ, ਜਿਹਦੇ ਵਿੱਚ ਤੁਹਾਡਾ ਮੈਡੀਕਲ ਵੀ ਹੋ ਸਕਦਾ, ਬਲੱਡ, ਯੂਰਿਨ ਜਾਂ ਕੋਈ ਹੋਰ ਤੁਹਾਡੇ ਬੋਡੀ ਦੇ ਚੈੱਕਅਪ, ਤੇ ਤੁਹਾਡੇ ਡਾਕਟਰ ਦੀ ਅਟੈਂਡਿੰਗ ਫਿਜ਼ੀਸ਼ੀਅਨ ਸਟੇਟਮੈਂਟ ਵੀ ਆਰਡਰ ਹੋ ਸਕਦੀ ਆ। ਉਹਨੂੰ ਆਪਾਂ ਮੈਡੀਕਲ ਇੰਸ਼ੋਰੈਂਸ ਕਹਿ ਦਿੰਦੇ ਆ, ਸਟੈਂਡਰਡ ਜਿਹੜੀ ਹੈਲਦੀ ਪਰਸਨ ਨੂੰ ਮਿਲਦੀ ਆ। ਨਾਨ ਮੈਡੀਕਲ ਦੇ ਵਿੱਚ ਕੀ ਆ, ਕੰਪਨੀ ਨੇ ਲਿਸਟ ਆਫ ਕੁਐਸਚਨ ਆਪਾਂ ਨੂੰ ਅਪ ਫਰੰਟ ਐਪਲੀਕੇਸ਼ਨ ਦੇ ਵਿੱਚ ਦੇ ਦੇਣੇ ਆ, ਉਹ ਕੁਐਸਚਨਾਂ ਦੇ ਆਪਾਂ ਆਨਸਰ ਕਰਨੇ ਆ। ਸੋ ਯੈਸ ਨੋ ਦੇ ਬੇਸ ਦੇ ਉੱਤੇ ਉਹਨਾਂ ਨੇ ਕੋਈ ਰੈਕਡ ਨਹੀਂ ਪੁੱਲ ਕਰਨਾ, ਕੋਈ ਸਾਡਾ ਮੈਡੀਕਲ ਨਹੀਂ ਕਰਨਾ। ਉਹ ਜਿਹੜੇ ਪਲਾਨ ਆ ਮੈਡੀਕਲ ਵਾਲੀ ਜਿਹੜੀ ਐਪਲੀਕੇਸ਼ਨ ਅਸੀਂ ਸਬਮਿਟ ਕਰਨੀ ਆ ਉਹਦੇ ਨਾਲੋਂ ਹਾਈ ਰੇਟ ਦੇ ਹੁੰਦੇ ਆ। ਵੈਸੇ ਆਪਣੇ ਆਪ ਹੀ ਪਹਿਲਾਂ ਉਹਨਾਂ ਦਾ ਰੇਟ ਥੋੜਾ ਜ਼ਿਆਦਾ ਹੁੰਦਾ। ਬਿਲਕੁਲ ਜੀ, ਉਹਨਾਂ ਦਾ ਰੇਟ ਹਾਈ ਹੋਊਗਾ ਆਬਵੀਅਸਲੀ, ਕਿਉਂਕਿ ਕੁਐਸਚਨਾਂ ਦੇ ਬੇਸ ਦੇ ਉੱਤੇ ਕੰਪਨੀ ਤੁਹਾਡਾ ਰਿਸਕ ਲੈਣ ਲੱਗੀ ਆ, ਸੋ ਉਹਦਾ ਰੇਟ ਇਹਨਾਂ ਨਾਲੋਂ ਹਾਈ ਹੀ ਹੋਣਾ ਵਾ। ਅੱਛਾ, ਇੱਥੇ ਮੈਨੂੰ ਇੱਕ ਗੱਲ ਹੋਰ ਯਾਦ ਆ ਗਈ ਇਸੇ ਗੱਲ ਤੋਂ, ਵੀ ਕਈ ਵਾਰ ਆਏ ਹੁੰਦਾ ਜਿਵੇਂ ਹੁਣ ਅਸੀਂ ਚਲੋ ਰੈਡ FM ਦੇ ਵਿੱਚ ਕੰਮ ਕਰਦੇ ਹਾਂ, ਸਾਡੇ ਵੀ ਇੱਥੇ ਇੰਸ਼ੋਰੈਂਸ ਜਿਹੜੀ ਹੈਗੀ ਆ ਉਹ ਸਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ, ਤੇ ਉਹ ਜਿਹੜੀ ਇੰਸ਼ੋਰੈਂਸ ਆ ਉਹਨੂੰ ਅਸੀਂ ਕਈ ਵਾਰ ਪਰਮਾਨੈਂਟ ਦੇ ਵਿੱਚ ਬਾਅਦ 'ਚ ਕਨਵਰਟ ਕਰ ਸਕਦੇ ਹੁੰਦੇ ਆ। ਬਿਲਕੁਲ ਜੀ, ਉਸ ਵੇਲੇ ਮੈਡੀਕਲ ਦੀ ਜ਼ਰੂਰਤ ਨਹੀਂ ਪੈਂਦੀ ਜੀ। ਹੁਣ ਇਹਦੇ ਵਿੱਚ ਕੀ ਆ, ਜਦੋਂ ਆਪਾਂ ਕਿਸੇ ਵੀ EMPLOYER ਦੇ ਨਾਲ ਕੰਮ ਕਰਦੇ ਹਾਂ, ਗਰੁੱਪ ਦੇ ਵਿੱਚ ਸਾਨੂੰ ਬੈਨੀਫਿਟ ਆਫਰ ਹੁੰਦੇ ਆ, ਉਹਦੇ ਵਿੱਚ ਕੀ ਹੁੰਦਾ ਵਾ ਜਤਿੰਦਰ ਜੀ, ਸੋ ਸਿੰਪਲੀਫਾਈਡ ਇਸ਼ੂ ਪ੍ਰੋਗਰਾਮ ਆਪਾਂ ਉਹਨਾਂ ਨੂੰ ਕਹਿ ਦਿੰਦੇ ਆ। ਉਹਦੇ ਵਿੱਚ ਕੀ ਆ ਵੀ ਇੰਪਲੋਇਰ ਨੇ ਕੰਟਰੈਕਟ ਕੀਤਾ ਇੰਸ਼ੋਰੈਂਸ ਕੰਪਨੀ ਦੇ ਨਾਲ, ਸੋ ਕੰਪਨੀ ਕੀ ਕਰਦੀ ਆ, ਸਮ ਟਾਈਮ ਕੀ ਹੁੰਦਾ ਕਿ ਇੰਪਲੋਈ ਦੀ ਐਨੂਅਲ ਇਨਕਮ ਦਾ 1 or 1.5 ਟਾਈਮ ਉਹਨਾਂ ਲਾਈਫ ਇੰਸ਼ੋਰੈਂਸ ਦਾ ਉਹ ਕਵਰ ਕਰ ਦਿੰਦੇ ਆ। ਬਟ ਸੇਮ ਨੂੰ ਪਲਾਨ ਨੂੰ ਅਸੀਂ ਆਪਣਾ ਪਰਸਨਲ ਦੇ ਵਿੱਚ ਕਨਵਰਟ ਕਰ ਸਕਦੇ ਹਾਂ ਵਿਦਨ 31 ਡੇਜ਼, ਜਦੋਂ ਅਸੀਂ ਜੌਬ ਕੁਇਟ ਕੀਤੀ। ਸੋ ਆਫਟਰ 31 ਡੇਜ਼ ਅਗਰ ਅਸੀਂ ਇੰਸ਼ੋਰੈਂਸ ਕੰਪਨੀ ਨੂੰ ਰਿਕੁਐਸਟ ਪਾਉਂਦੇ ਆ ਵੀ ਮੈਂ ਸੇਮ ਪਲਾਨ ਪਰਸਨਲ ਬੇਸ ਦੇ ਵਿੱਚ ਕਨਵਰਟ ਕਰਨਾ ਵਾ, ਉੱਥੇ ਸਾਨੂੰ ਮੈਡੀਕਲ ਡੈਕਲੇਰੇਸ਼ਨ ਦੇਣੀ ਪੈਣੀ ਆ। ਠੀਕ ਹੈ ਜੀ।
ਜੀ ਲਖਵੀਰ ਜੀ, ਇੱਕ ਸਾਨੂੰ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ, ਇੱਕ ਹੋਰ ਮੈਂ ਕਈ ਵਾਰ ਚੀਜ਼ ਸੁਣਦਾ ਵੀ ਹਾਂ, ਦੇਖਦਾ ਵੀ ਹਾਂ, ਇਹਦੇ ਬਾਰੇ 'ਚ ਬਹੁਤ ਸਾਰੇ ਲੋਕ ਜਿਹੜੇ ਹੈਗੇ ਉਹ ਗੱਲ ਵੀ ਕਰਦੇ ਆ ਬਈ ਕਈ ਐਡਵਾਈਜ਼ਰ ਹੁੰਦੇ ਆ ਜਿਹੜੇ ਤੁਹਾਨੂੰ ਬੜੀ ਵਧੀਆ ਇੱਕ ਆਫਰ ਦਿੰਦੇ ਆ। ਉਹ ਕਹਿੰਦੇ ਵੀ ਤੁਸੀਂ ਜੇ ਸਾਡੇ ਤੋਂ ਇੰਸ਼ੋਰੈਂਸ ਕਰਵਾਉਂਦੇ ਹੋ ਜੀ, ਇੱਥੇ ਹੀ ਨਹੀਂ, ਇੰਡੀਆ ਵੀ ਮੈਂ ਇਹ ਚੀਜ਼ ਦੇਖੀ ਸੀਗੀ, ਉਹ ਕਹਿੰਦੇ ਸੀ ਵੀ ਤੁਹਾਨੂੰ ਅਸੀਂ ਕੁਝ ਡਿਸਕਾਊਂਟ ਦੇ ਸਕਦੇ ਹਾਂ ਆਪਣੇ ਕੋਲੋਂ। ਵੀ ਇਹ ਐਡਵਾਈਜ਼ਰ ਦੇ ਹੱਥ 'ਚ ਕੁਝ ਡਿਸਕਾਊਂਟ ਹੁੰਦਾ, ਐਡਵਾਈਜ਼ਰ ਆਪਣੇ ਕੋਲੋਂ ਪੈਸੇ ਦਿੰਦਾ ਜਾਂ ਕੀ ਸਿਸਟਮ ਹੁੰਦਾ? ਕਈ ਵਾਰ ਉਹ ਕਹਿੰਦੇ ਅਸੀਂ ਆਪਣਾ ਕਮਿਸ਼ਨ ਛੱਡ ਦਾਂਗੇ, ਇੱਦਾਂ ਦੀ ਗੱਲਬਾਤ ਵੀ ਕੀਤੀ ਜਾਂਦੀ ਹੈ। ਜੀ ਜਤਿੰਦਰ ਜੀ, ਸੋ ਇਹਦੇ ਵਿੱਚ ਕੀ ਹੁੰਦਾ ਵੀ ਐਡਵਾਈਜ਼ਰ ਨੇ ਅਗਰ ਜਸਟ ਕਲਾਇੰਟ ਨੂੰ ਅਟਰੈਕਟ ਕਰਨਾ, ਹੁਣ ਐਜ਼ ਆ ਬੀਇੰਗ ਕਲਾਇੰਟ ਅਗਰ ਮੰਨ ਲਓ ਮੈਂ ਸੇਮ ਟਾਈਮ ਤੇ 2 ਐਡਵਾਈਜ਼ਰਸ ਨਾਲ ਡੀਲ ਕਰ ਰਿਹਾ, ਠੀਕ ਹੈ, ਸੇਮ ਕੰਪਨੀ, ਸੇਮ ਪਲਾਨ, ਦੋਨੋਂ ਐਡਵਾਈਜ਼ਰਸ ਦੇ ਕੋਲ ਸੇਮ ਰੇਟ ਹੋਣਾ ਚਾਹੀਦਾ। ਅਗਰ ਇੱਕ ਐਡਵਾਈਜ਼ਰ ਮੈਨੂੰ ਇਹ ਕਹਿ ਰਿਹਾ ਵਾ ਵੀ ਨਹੀਂ ਮੈਂ ਤੈਨੂੰ ਜਾਂ ਫਸਟ ਈਅਰ ਦੇ ਵਿੱਚ ਇੰਨੀ ਪੇਮੈਂਟ ਆਪਣੇ ਕੋਲੋਂ ਦੇ ਦੂੰਗਾ, ਰਾਈਟ, ਕਾਮਨ ਆ, ਸਮ ਟਾਈਮ ਮਾਰਕੀਟ ਦੇ ਵਿੱਚ ਹੈਪਨ ਹੁੰਦਾ ਵਾ। ਉਹ ਸਿਨੈਰੀਓ ਦੇ ਵਿੱਚ ਐਜ਼ ਆ ਬੀਇੰਗ ਕਲਾਇੰਟ ਮੈਂ ਇਹ ਸੋਚਣਾ ਕਿਹੜਾ ਐਡਵਾਈਜ਼ਰ ਓਨੈਸਟੀ ਨਾਲ ਜੌਬ ਕਰ ਰਿਹਾ। ਹੁਣ ਜੇ ਐਡਵਾਈਜ਼ਰ ਓਨੈਸਟੀ ਨਾਲ ਜੌਬ ਕਰ ਰਿਹਾ ਦੈਟ ਮੀਨ ਉਹਦੇ ਕੋਲੇ ਕਲਾਇੰਟ ਉਸ ਤਰ੍ਹਾਂ ਦੇ ਹੀ ਹੋਣਗੇ ਜੀ। ਹੁਣ ਜੇ ਆਪਾਂ ਜਸਟ ਕਲਾਇੰਟ ਨੂੰ ਅਟਰੈਕਟ ਕਰਨਾ ਵਾ, ਉਹਦੇ ਵਿੱਚ ਕੀ ਆ, ਮੈਂ ਕਲਾਇੰਟ ਨੂੰ ਇਹ ਕਹੂੰਗਾ ਵੀ 200-300 ਮੈਂ ਤੈਨੂੰ ਦੇ ਦਿੰਦਾ ਵੀ ਤੁਸੀਂ ਲਾਈਕ ਪਲਾਨ ਉਹਦੇ ਅਕੋਰਡਿੰਗ ਲੈ ਲਓ। ਸੋ ਦੈਟ ਮੀਨ ਮੈਂ ਆਪਣੀ ਜੌਬ ਨਾਲ ਹੀ ਨਹੀਂ ਓਨੈਸਟ ਹੈਗਾ, ਸੋ ਮੈਂ ਓਨੈਸਟ ਐਡਵਾਈਸ ਕਿੱਥੋਂ ਦੇ ਦੂੰਗਾ? ਸੋ ਮਤਲਬ ਉਹ ਇੱਕ ਤਰ੍ਹਾਂ ਦੀ ਰਿਸ਼ਵਤ ਹੀ ਹੋ ਗਈ, ਇੱਕ ਤਰ੍ਹਾਂ ਨਾਲ ਉਹ ਹੋ ਗਿਆ ਵੀ ਤੁਸੀਂ ਕਲਾਇੰਟ ਨੂੰ ਜਸਟ ਅਟਰੈਕਟ ਕਰ ਰਹੇ ਹੋ। ਅਦਰਵਾਈਜ਼ ਇਸ ਤਰ੍ਹਾਂ ਦਾ ਕੋਈ ਵੀ ਡਿਸਕਾਊਂਟ ਨਹੀਂ ਹੁੰਦਾ। ਤੁਸੀਂ ਕਲਾਇੰਟ ਨੂੰ ਰੈਫਰਲ ਮੀਨਸ ਥੈਂਕ ਯੂ ਦੇ ਤੌਰ ਤੇ ਕੁਝ ਦੇ ਸਕਦੇ ਹੋ, ਬਟ ਇਹ ਨਹੀਂ ਹੈਗਾ ਵੀ ਤੁਸੀਂ ਉਹਨੂੰ ਹਰ ਇੱਕ ਕਲਾਇੰਟ ਨੂੰ ਤੁਸੀਂ ਮਤਲਬ ਕੈਸ਼ਬੈਕ ਦਿਓ। ਅੱਛਾ, ਇੱਕ ਇਹ ਵੀ ਦੱਸੋ ਵੀ ਜਿਹੜਾ ਐਜ਼ ਏ ਐਡਵਾਈਜ਼ਰ ਜਿਹੜਾ ਤੁਹਾਨੂੰ ਕਮਿਸ਼ਨ ਮਿਲਦਾ ਹੈਗਾ ਜੀ, ਇਹਦੇ ਬਾਰੇ 'ਚ ਛੁਪਾਉਣਾ ਤਾਂ ਨਹੀਂ ਹੁੰਦਾ, ਇਹ ਦੱਸਣਾ ਹੁੰਦਾ ਮੇਰੇ ਖਿਆਲ 'ਚ ਆਪਣੇ ਆਪ ਅਪਫਰੰਟ ਜਿਹੜਾ ਹੈਗਾ ਉਹ ਡਿਸਕਲੋਜ਼ ਕਰਦੇ ਆ ਐਡਵਾਈਜ਼ਰ ਜਿਹੜਾ? ਬਿਲਕੁਲ ਜੀ। ਸੋ ਜਦੋਂ ਵੀ ਡਿਸਕਲੋਜ਼ਰ ਆਪਾਂ ਯੂਜ਼ ਕਰਦੇ ਹਾਂ ਉਹਦੇ ਵਿੱਚ ਕਲੀਅਰਲੀ ਮੈਂਸ਼ਨ ਕੀਤਾ ਹੁੰਦਾ ਵਾ ਵੀ ਇੰਸ਼ੋਰੈਂਸ ਕੰਪਨੀ ਨੇ ਕਮਿਸ਼ਨ ਪੇ ਕਰਨਾ ਵਾ। ਸੋ ਜਿਹੜੇ ਮਿਊਚੁਅਲ ਫੰਡ ਦੀ ਇਨਵੈਸਟਮੈਂਟ ਆ ਉਹਦੇ ਵਿੱਚ ਕਲਾਇੰਟ ਨੂੰ ਅਪਫਰੰਟ ਡਿਸਕਲੋਜ਼ ਕੀਤਾ ਜਾਊਗਾ ਵੀ ਅਗਰ ਤੁਸੀਂ ਇੰਨੇ ਦੀ ਇਨਵੈਸਟਮੈਂਟ ਕਰ ਰਹੇ ਹੋ ਇੰਨਾ ਕਮਿਸ਼ਨ ਐਡਵਾਈਜ਼ਰ ਨੂੰ ਆ ਰਿਹਾ ਵਾ। ਬਟ ਲਾਈਫ ਇੰਸ਼ੋਰੈਂਸ ਦੇ ਵਿੱਚ ਕੰਪਨੀ ਨੰਬਰ ਨਹੀਂ ਦਿੰਦੀ ਬਿਕੋਜ਼ ਹਰ ਇੱਕ ਕੰਪਨੀ ਦਾ ਡਿਫਰੈਂਟ ਸਟਰਕਚਰ ਹੁੰਦਾ ਵਾ। ਇਹਦੇ ਵਿੱਚ ਵੀ ਜਦੋਂ ਡਿਸਕਲੋਜ਼ਰ ਤੇ ਮੈਂਸ਼ਨ ਜ਼ਰੂਰ ਕੀਤਾ ਹੁੰਦਾ ਉਹਨਾਂ ਨੇ। ਅੱਛਾ, ਕਈ ਜਿਹੜੇ ਹੈਗੇ ਆ ਕਲਾਇੰਟਸ ਉਹ ਖੁਦ ਵੀ ਅੱਖ ਰੱਖਦੇ ਆ ਵੀ ਇਹਨੂੰ ਐਡਵਾਈਜ਼ਰ ਨੂੰ ਕਮਿਸ਼ਨ ਮਿਲਣਾ ਤੇ ਇਹਦੇ ਵਿੱਚੋਂ ਮੈਨੂੰ ਕੀ ਮਿਲੂਗਾ ਜੀ, ਤੇ ਉਹ ਆਪਣੇ ਆਪ ਨਾਲ ਹੀ ਫਿਰ ਇੱਕ ਤਰ੍ਹਾਂ ਨਾਲ ਉਹ ਧੋਖਾ ਕਰ ਰਹੇ ਹੁੰਦੇ ਆ। ਬਿਲਕੁਲ ਜੀ। ਦੇਖੋ ਹੁਣ ਆਪਾਂ ਚਲੋ 200-300 ਲੈ ਵੀ ਲਿਆ, ਸੋ ਨਾ ਤਾਂ ਇਹਦੇ ਨਾਲ ਐਡਵਾਈਜ਼ਰ ਨੇ ਪੂਅਰ ਹੋਣਾ ਨਾ ਕਲਾਇੰਟ ਨੇ ਰਿਚ ਹੋਣਾ। ਇਟਸ ਆਲ ਅਬਾਊਟ ਮਾਈਂਡਸੈਟ। ਹੁਣ ਅਸੀਂ ਇਹ ਦੇਖੀਏ, ਹੁਣ ਡਾਕਟਰ ਕੋਲ ਜਾਂਦੇ ਆ, ਹੁਣ ਡਾਕਟਰ ਜਦੋਂ ਆਪਾਂ ਨੂੰ ਕਿਸੇ ਵੀ ਕੰਡੀਸ਼ਨ ਦੇ ਅਕੋਰਡਿੰਗ ਆਪਾਂ ਨੂੰ ਰਿਕਮੈਂਡੇਸ਼ਨ ਦਿੰਦੇ ਆ ਅਸੀਂ ਉੱਥੇ ਫਟਾਫਟ ਯੈਸ ਕਰ ਦਿੰਦੇ ਆ। ਸੋ ਅਸੀਂ ਜਦੋਂ ਪਰਸਨਲ ਫਾਈਨੈਂਸ਼ੀਅਲ ਪਲੈਨਿੰਗ ਤੇ ਆਉਨੇ ਆ, ਜਦੋਂ ਤੁਸੀਂ ਵਧੀਆ ਪ੍ਰੋਫੈਸ਼ਨਲ ਐਡਵਾਈਜ਼ਰ ਨਾਲ ਡੀਲ ਕਰਦੇ ਆ, ਸਾਨੂੰ ਉਹਦੀਆਂ ਰਿਕਮੈਂਡੇਸ਼ਨ ਨੂੰ ਵੀ ਫਿਰ ਲਿਸਨ ਕਰਨਾ ਚਾਹੀਦਾ ਵਾ। ਸੋ ਉੱਥੇ ਕੀ ਆ, ਸਾਡੀ ਰਿਸਪੌਂਸਿਬਿਲਿਟੀ ਐਜ਼ ਆ ਬੀਇੰਗ ਕਲਾਇੰਟ ਆ। ਸੋ ਅਸੀਂ ਰਿਕਮੈਂਡੇਸ਼ਨ ਦੇਖੀਏ, ਆਪਣੀਆਂ ਨੀਡਸ ਦੇਖੀਏ। ਅੱਛਾ, ਮੈਂ ਇਹ ਸਵਾਲ ਮੇਰਾ ਪੁੱਛਣ ਦਾ ਅਸਲ ਵਿੱਚ ਕਾਰਨ ਇਹ ਸੀਗਾ, ਮੈਂ ਹੁਣ ਆਪਣੇ ਫਾਈਨਲ ਸਵਾਲ ਜਿਹੜਾ ਇਸ ਚੀਜ਼ ਨੂੰ ਲੈ ਕੇ ਸੀਗਾ ਉਹਦੇ ਤੇ ਆਉਣਾ ਹੈ ਜੀ, ਵੀ ਕਿਹੜੇ ਰੈੱਡ ਫਲੈਗਸ ਹੈਗੇ ਆ, ਕਦੋਂ ਕਲਾਇੰਟ ਨੂੰ ਅਲਰਟ ਹੋ ਜਾਣਾ ਚਾਹੀਦਾ ਹੈ ਕਿ ਮੇਰੇ ਵਾਸਤੇ ਹੁਣ ਜੇ ਇਹ ਬੰਦਾ ਰਿਕਮੈਂਡ ਕਰ ਰਿਹਾ ਜਾਂ ਐਡਵਾਈਜ਼ਰ ਜਿਹੜਾ ਹੈਗਾ ਇਹ ਮੇਰੇ ਵਾਸਤੇ ਐਡਵਾਈਜ਼ਰ ਸਹੀ ਹੈ ਜਾਂ ਐਡਵਾਈਜ਼ਰ ਮੇਰੇ ਵਾਸਤੇ ਸਹੀ ਨਹੀਂ ਹੈ। ਕਿਉਂਕਿ ਜੇ ਐਡਵਾਈਜ਼ਰ ਸਹੀ ਹੋਊਗਾ ਤਾਂ ਹੀ ਉਹ ਤੁਹਾਨੂੰ ਪ੍ਰੋਡਕਟ ਸਹੀ ਦੇਊਗਾ। ਬਿਲਕੁਲ ਜੀ। ਕਿੱਥੇ ਕਲਾਇੰਟ ਨੂੰ ਅਲਰਟ ਹੋ ਜਾਣਾ ਚਾਹੀਦਾ, ਉਹਨਾਂ ਰੈੱਡ ਫਲੈਗਸ ਨੂੰ ਮਾੜਾ ਜਿਹਾ ਉਜਾਗਰ ਕਰਿਓ। ਜਤਿੰਦਰ ਜੀ, ਸੋ ਇਹਦੇ ਵਿੱਚ ਜਦੋਂ ਹੁਣ ਮੰਨ ਲਓ ਮੈਂ ਕਲਾਇੰਟ ਦੇ ਤੌਰ ਤੇ ਐਡਵਾਈਜ਼ਰ ਨੂੰ ਮਿਲ ਰਿਹਾ, ਸੋ ਮੈਨੂੰ ਇਹ ਚੀਜ਼ ਦਾ ਧਿਆਨ ਰੱਖਣਾ, ਜਿੱਦਾਂ ਆਪਾਂ ਪਹਿਲਾਂ ਸਾਰੀ ਕਨਵਰਸੇਸ਼ਨ 'ਚ ਦੇਖਿਆ ਵੀ ਨੀਡਸ ਦਾ ਮੈਨੂੰ ਪਹਿਲਾਂ ਖੁਦ ਨੂੰ ਨੀਡ ਐਨਾਲਿਸਿਸ ਕਰਨਾ ਚਾਹੀਦਾ। ਸੋ ਅਸੀਂ ਇਹ ਦੇਖਣਾ ਵਾ ਵੀ ਕਿਤੇ ਐਡਵਾਈਜ਼ਰ ਮੈਨੂੰ ਫੋਰਸ ਤਾਂ ਨਹੀਂ ਕਰ ਰਿਹਾ, ਕਿਤੇ ਜਿੱਦਾਂ ਵੀ ਉਹ ਇਹ ਤਾਂ ਨਹੀਂ ਕਹਿ ਰਿਹਾ ਵੀ ਤੁਸੀਂ ਇਹੀ ਪਲਾਨ ਲਾਓ, ਮੈਨੂੰ ਟਾਈਮ ਦਿੱਤਾ ਜਾ ਰਿਹਾ, ਮੈਨੂੰ ਥਿੰਕ ਕਰਨ ਦਾ ਟਾਈਮ ਦੇ ਰਿਹਾ। ਕਦੇ ਇਹ ਤਾਂ ਨਹੀਂ ਹੋ ਰਿਹਾ ਵੀ ਉਹ ਰਾਈਟ ਵੇ ਮੈਨੂੰ ਕਹਿ ਰਿਹਾ ਵੀ ਹੁਣੇ ਸਾਈਨ ਕਰੋ, ਕਾਲ ਤਾਂ ਨਹੀਂ ਪਾ ਰਿਹਾ ਵੀ ਹਾਂ, ਜਾਂ ਮੈਨੂੰ ਇਹ ਟਾਈਮ ਦਿੱਤਾ ਜਾ ਰਿਹਾ ਵੀ ਮੈਂ ਆਪਣੇ ਸਪਾਊਸ ਨਾਲ ਵੀ ਡਿਸਕਸ ਕਰ ਸਕਾਂ। ਕਦੇ ਜੇ ਇੱਦਾਂ ਦਾ ਕੁਝ ਹੋ ਰਿਹਾ, ਸੋ ਦੈਟ ਮੀਨ ਐਜ਼ ਆ ਬੀਇੰਗ ਕਲਾਇੰਟ ਸਾਨੂੰ ਟਾਈਮ ਲੈਣਾ ਚਾਹੀਦਾ, ਸਾਨੂੰ ਜ਼ਰੂਰ ਦੇਖਣਾ ਚਾਹੀਦਾ ਸਮ ਟਾਈਮ, ਕਿਉਂਕਿ ਇਹ ਲਾਈਫ ਟਾਈਮ ਦੇ ਡਿਸੀਜ਼ਨ ਹੁੰਦੇ ਆ ਜਿਨ੍ਹਾਂ ਦੇ ਵਿੱਚ ਸਾਡਾ ਸਾਰਾ ਆਲ ਅਬਾਊਟ ਟਰਸਟ ਬੇਸਡ ਆ ਜੀ। ਸੋ ਸਾਨੂੰ ਜ਼ਰੂਰ ਟਾਈਮ ਲੈ ਕੇ ਸੋਚਣਾ ਚਾਹੀਦਾ ਵੀ ਆਪ ਥਿੰਕ ਕਰੀਏ। ਹੁਣ ਇਹਦੇ ਵਿੱਚ ਹੀ ਇਹ ਦੇਖਣਾ ਵਾ ਵੀ ਅਸੀਂ ਮੇਨ ਜਦੋਂ ਪਲਾਨ ਲੈ ਵੀ ਲਿਆ, ਕੀ ਮੈਨੂੰ ਇਹ ਪਤਾ ਵੀ ਇਹ ਗਰੰਟਡ ਹੈਗਾ ਪਲਾਨ, ਕਿੰਨਾ ਟਾਈਮ ਚੱਲਣਾ, ਕੀ ਬੈਨੀਫਿਸ਼ਰੀ ਦੀ ਡੈਜ਼ਿਗਨੇਸ਼ਨ ਪ੍ਰੋਪਰ ਹੋਈ ਆ। ਅਗਰ
ਬੱਚੇ ਆ ਫੈਮਿਲੀ ਦੇ ਵਿੱਚ, ਪਹਿਲਾਂ ਤਾਂ ਆਪਾਂ ਸਪਾਊਸ ਨੂੰ ਬੈਨੀਫੀਸ਼ੀਅਰੀ ਡਿਕਲੇਅਰ ਕਰਤਾ, ਅੱਗੇ ਬੱਚੇ ਆ, ਅਗਰ ਬੱਚੇ ਅੰਡਰ ਏਜ ਆ ਕੀ ਉਹਨਾਂ ਦੇ ਨੇਮ ਦੇ ਅੱਗੇ ਟਰਸਟੀ ਦੀ ਡੈਜ਼ਿਗਨੇਸ਼ਨ ਹੋਈ ਆ, ਇਹ ਐਜ਼ ਅ ਬੀਇੰਗ ਕਲਾਇੰਟ ਅਸੀਂ ਵੀ ਸੋਚਣਾ ਵਾ। ਸੋ ਐਡਵਾਈਜ਼ਰ ਦੀ ਤਾਂ ਰਿਸਪੌਂਸਿਬਿਲਿਟੀ ਬਣਦੀ ਹੈ, ਬਟ ਸਾਨੂੰ ਵੀ ਇਹ ਗੱਲਾਂ ਦਾ ਪਤਾ ਹੋਣਾ ਚਾਹੀਦਾ। ਕੱਲ ਨੂੰ ਐਡਰੈਸ ਚੇਂਜ ਹੁੰਦਾ ਮੇਰਾ, ਕੀ ਉਹ ਐਡਰੈਸ ਅਪਡੇਟਡ ਆ? ਸੋ ਇਹਦੇ 'ਚ ਇੰਪੋਰਟੈਂਟ ਜਿਹੜੀ ਇਨਫੋਰਮੇਸ਼ਨ ਹੈ, ਐਡਰੈਸ ਅਪਡੇਟਡ ਕਿਉਂ ਇੰਪੋਰਟੈਂਟ ਆ? ਹੁਣ ਕਲਾਇੰਟ ਨੇ ਪਾਲਿਸੀ ਅੱਜ ਲਈ, 2 ਸਾਲ ਬਾਅਦ ਉਹ ਪ੍ਰੋਵਿੰਸ ਚੇਂਜ ਕਰ ਗਏ, ਸੋ ਨਵੀਂ ਪ੍ਰੋਵਿੰਸ ਦੇ ਵਿੱਚ ਗਏ, ਕੋਈ ਐਡਰੈਸ ਅਪਡੇਟ ਨਹੀਂ ਕੀਤਾ ਉਹਨਾਂ ਨੇ ਐਡਵਾਈਜ਼ਰ ਨੂੰ, ਜਾਂ ਐਡਵਾਈਜ਼ਰ ਨੇ ਉਹਨਾਂ ਨੂੰ ਰੀਚ ਆਊਟ ਨਹੀਂ ਕੀਤਾ, ਸਮਹਾਓ ਕਨੈਕਸ਼ਨ ਨਹੀਂ ਇਨ ਬਿਟਵੀਨ ਰਿਹਾ। ਸੋ ਉੱਥੇ ਜੇ ਐਡਰੈਸ ਨਹੀਂ ਅਪਡੇਟ, ਕੱਲ ਨੂੰ ਉਹਨਾਂ ਦੀ ਸਮਹਾਓ ਕਿਸੇ ਰੀਜ਼ਨ ਦੇ ਕਰਕੇ ਕਲਾਇੰਟ ਦੀ ਪੇਮੈਂਟ ਮਿਸ ਹੋ ਗਈ, ਇੰਸ਼ੋਰੈਂਸ ਕੰਪਨੀ ਨੇ ਨਾ ਤਾਂ ਕਾਲ ਕਰਨੀ ਹੈ ਕਲਾਇੰਟ ਨੂੰ, ਨਾ ਈਮੇਲ ਕਰਨੀ ਹੈ, ਉਹਨਾਂ ਨੇ ਘਰ ਲੈਟਰ ਸੈਂਡ ਕਰ ਦੇਣੀ ਹੈ ਜਿਹੜਾ ਐਡਰੈਸ ਉਹਨਾਂ ਦੀ ਫਾਈਲ ਦੇ ਵਿੱਚ ਹੈਗਾ। ਹੁਣ ਕਲਾਇੰਟ ਨੂੰ ਐਡਰੈਸ ਨਾ ਅਪਡੇਟ ਹੋਣ ਦੇ ਕਰਕੇ ਪੇਮੈਂਟਾਂ ਮਿਸ ਹੋ ਰਹੀਆਂ, 30 ਡੇਜ਼ ਗ੍ਰੇਸ ਪੀਰੀਅਡ ਵੀ ਨਿਕਲ ਗਿਆ, ਇੱਕ ਪੇਮੈਂਟ ਮਿਸ ਹੋਣ ਤੋਂ ਬਾਅਦ 30 ਡੇਜ਼ ਕੰਪਨੀ ਦਿੰਦੀ ਆ, ਅਗਲੀਆਂ ਪੇਮੈਂਟਾਂ ਮਿਸ ਹੋਈਆਂ, ਹੁਣ ਉਹਨੂੰ ਰੀਅਲਾਈਜ਼ ਹੀ ਨਹੀਂ ਹੋਇਆ ਵੀ ਮੇਰੀ ਪਾਲਿਸੀ ਜਿਹੜੀ ਲੈਪਸ ਹੋ ਰਹੀ ਹੈ, ਪਾਲਿਸੀ ਲੈਪਸ ਹੋ ਗਈ, ਟਰਮੀਨੇਸ਼ਨ ਹੋ ਗਈ, ਟਰਮੀਨੇਸ਼ਨ ਨੋਟਿਸ ਵੀ ਪੁਰਾਣੇ ਐਡਰੈਸ ਤੇ ਚਲਿਆ ਗਿਆ। ਹੁਣ ਉੱਥੇ ਕੀ ਆ, ਉੱਥੇ ਕਲਾਇੰਟ ਦੀ ਰਿਸਪੌਂਸਿਬਿਲਿਟੀ ਆ ਐਡਵਾਈਜ਼ਰ ਨੂੰ ਅਪਡੇਟ ਰੱਖਣ ਦੀ। ਸੋ ਇਹ ਛੋਟੀਆਂ ਗੱਲਾਂ ਨੇ, ਜਦੋਂ ਅਸੀਂ ਪਲਾਨ ਲੈਂਦੇ ਆ ਸਾਨੂੰ ਧਿਆਨ ਰੱਖਣ ਦੀ ਜ਼ਰੂਰਤ ਆ। ਲਖਵੀਰ ਜੀ, ਇੱਕ ਸਵਾਲ ਜਿਹੜਾ ਹੈਗਾ ਉਹ ਰਮਨ ਹੋਣਾ ਨੇ ਪੁੱਛਿਆ, ਉਹ ਕਹਿੰਦੇ ਕਿ ਮੇਰੇ ਕੋਲ ਇੱਕ ਪਰਮਾਨੈਂਟ ਪਾਲਿਸੀ ਹੈ ਜੀ ਬੱਚੇ ਦੀ, 3 ਸਾਲ ਤੋਂ ਹੈ, ਤੇ ਕੀ ਮੈਂ ਇਹਨੂੰ ਬੰਦ ਕਰਾ ਕੇ ਮਨੀ ਜਿਹੜੀ ਹੈਗੀ ਆ ਵਿਡਰਾਅ ਕਰ ਸਕਦਾ? ਜਤਿੰਦਰ ਜੀ, ਸੋ ਅਗਰ ਪਰਮਾਨੈਂਟ ਪਾਲਿਸੀ ਦੇ ਵਿੱਚ ਕੀ ਹੁੰਦਾ ਕਿ ਪਹਿਲਾਂ 8 ਤੋਂ 9 ਸਾਲ ਸਰੈਂਡਰ ਚਾਰਜਸ ਹੁੰਦੇ ਆ। ਸੋ ਡਿਪੈਂਡ ਕਰਦਾ ਵਾ ਇਹਨਾਂ ਕੋਲੇ ਪਲਾਨ ਕਿਹੜਾ ਵਾ। ਸੋ ਜੇ ਤਾਂ ਸਰੈਂਡਰ ਚਾਰਜਸ ਆ ਫਿਨਿਸ਼ ਨਹੀਂ ਹੋਏ ਹੋਣੇ ਓਬਵੀਅਸਲੀ, ਕਿਉਂਕਿ ਜੇ 3 ਸਾਲ ਮੈਂਸ਼ਨ ਕੀਤਾ ਤਾਂ ਕੈਸ਼ਬੈਕ ਬਹੁਤ ਮੁਸ਼ਕਿਲ ਨਾਲ ਉਹਦੇ 'ਚ ਹੋਊਗਾ। ਸੋ ਮੋਸਟਲੀ ਨਾ ਦੇ ਬਰਾਬਰ ਹੀ ਹੁੰਦਾ, ਕਿਉਂਕਿ ਜਿਹੜੀਆਂ ਜੇ ਪਰਮਾਨੈਂਟ ਪਾਲਿਸੀ ਦਾ 5 ਤੋਂ 10 ਸਾਲ ਪਹਿਲੇ ਕਈ ਵਾਰੀ ਕੈਸ਼ ਵੈਲਿਊ ਹੁੰਦੀ ਨਹੀਂ। ਸੋ ਆਪਾਂ ਇਹਨੂੰ ਰਿਵਿਊ ਕਰ ਸਕਦੇ ਹਾਂ ਤੇ ਉਹਦੇ ਅਕੋਰਡਿੰਗ ਫਿਰ ਡਿਸੀਜ਼ਨ ਲੈ ਸਕਦੇ ਹਾਂ। ਸੋ ਰਮਨ ਜੀ, ਜ਼ਰੂਰ ਇਹਨੂੰ ਤੁਸੀਂ ਕੋਈ ਫੈਸਲਾ ਲੈਣ ਤੋਂ ਪਹਿਲਾਂ ਕਿਸੇ ਐਡਵਾਈਜ਼ਰ ਦੇ ਨਾਲ ਬੈਠ ਕੇ ਜ਼ਰੂਰ ਇਹਨੂੰ ਰਿਵਿਊ ਕਰ ਲਿਓ ਵੀ ਤੁਹਾਨੂੰ ਕੁਛ ਇਹਦਾ ਫਾਇਦਾ ਹੋਣਾ ਹੈ ਜਾਂ ਫਿਰ ਜਿਹੜੇ ਪੈਸੇ ਤੁਹਾਡੇ ਗਏ ਉਹਦਾ ਨੁਕਸਾਨ ਹੀ ਹੋਏਗਾ। ਇੰਦਰ ਹੋਣਾ ਨੇ ਜਿਹੜਾ ਹੈਗਾ ਉਹ ਆਟੋ ਇੰਸ਼ੋਰੈਂਸ ਦੇ ਉੱਤੇ ਆਪਾਂ ਕਿਸੇ ਦਿਨ ਫਿਰ ਗੱਲ ਕਰਾਂਗੇ। ਇੰਦਰ ਜੀ, ਇਹਦੇ ਬਾਰੇ 'ਚ ਲਖਵੀਰ ਜੀ ਤੁਹਾਨੂੰ ਰਾਏ ਨਹੀਂ ਦੇ ਸਕਣਗੇ ਕਿਉਂਕਿ ਲਾਈਫ ਇੰਸ਼ੋਰੈਂਸ ਦੇ ਨਾਲ ਡੀਲ ਕਰਦੇ ਨੇ। ਬਲਜੀਤ ਜੀ ਹੁਣਾਂ ਦਾ ਮੈਸੇਜ ਹੈ ਜੀ, ਉਹ ਕਹਿੰਦੇ ਕਿ ਇੰਸ਼ੋਰੈਂਸ ਕੰਪਨੀਜ਼ ਜਿਹੜੀਆਂ ਹੈਗੀਆਂ ਉਹ ਪਹਿਲਾਂ ਹੀ ਕਿਉਂ ਨਹੀਂ ਚੈੱਕ ਕਰ ਲੈਂਦੀਆਂ ਕਿ ਕਲਾਇੰਟ ਦੀ ਫਾਈਲ ਸਹੀ ਹੈ ਜਾਂ ਨਹੀਂ, ਕਲੇਮ ਵੇਲੇ ਇਨਵੈਸਟੀਗੇਸ਼ਨ ਕਿਉਂ ਹੁੰਦੀ ਹੈ? ਬਿਲਕੁਲ ਜੀ, ਸੋ ਜਿਹੜਾ ਇੰਸ਼ੋਰੈਂਸ ਦੇ ਵਿੱਚ ਪਹਿਲੇ 2 ਸਾਲ ਕੰਟੈਸਟੇਬਿਲਿਟੀ ਪੀਰੀਅਡ ਹੁੰਦਾ। ਸੋ ਜਿਹੜੇ ਪਹਿਲੇ 2 ਸਾਲ ਦੇ ਵਿੱਚ ਅਗਰ ਕੋਈ ਕਲੇਮ ਆ ਜਾਂਦਾ ਵਾ, ਸੋ ਦੈਨ ਇੰਸ਼ੋਰੈਂਸ ਕੰਪਨੀ ਨੇ ਸਟ੍ਰਿਕਟਲੀ ਸਾਰਾ ਰੈਕਡ ਪੁੱਲ ਕਰਨਾ ਹੁੰਦਾ। ਸੋ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ, ਇੰਸ਼ੋਰੈਂਸ ਇਜ਼ ਆਲ ਅਬਾਊਟ ਟਰਸਟ। ਸੋ ਇਹ ਟਰਸਟ ਦੇ ਬੇਸ ਤੇ ਆ, ਕੰਪਨੀ ਵੀ ਇਹ ਟਰਸਟ ਕਰਦੀ ਆ ਵੀ ਤੁਸੀਂ ਸਭ ਕੁਝ ਸੱਚ ਦੱਸ ਰਹੇ ਹੋ। ਸੋ ਕਿਉਂਕਿ ਉਹਨਾਂ ਨੇ ਕੀ ਕਰਨਾ ਵਾ, ਜੋ ਅਸੀਂ ਦੱਸਿਆ ਉਹਦੇ ਬੇਸ ਤੇ ਸਾਰਾ ਕੁਝ ਚੈੱਕ ਕਰਨਾ ਵਾ। ਸੋ ਡੈਫੀਨੇਟਲੀ ਰੈਕਡ ਪੁੱਲ ਹੋਣਾ ਹੀ ਹੋਣਾ ਵਾ ਜਦੋਂ ਐਂਡ ਤੇ ਕਲੇਮ ਆਉਣਾ। ਜੇ ਆਪਾਂ ਪਹਿਲਾਂ ਹੀ ਸੱਚ ਦੱਸਿਆ ਹੋਊਗਾ ਦੈਨ ਆਪਾਂ ਟੈਨਸ਼ਨ ਫਰੀ ਆ। ਕੱਲ ਨੂੰ ਕਲੇਮ ਆ ਵੀ ਗਿਆ, ਆਪਾਂ ਨੂੰ ਪਤਾ ਵਾ ਅਸੀਂ ਸੱਚ ਦੱਸ ਕੇ ਅਪਰੂਵਲ ਲਈ ਆ, ਅਸੀਂ ਸਾਰਾ ਕੁਝ ਡਿਸਕਲੋਜ਼ ਕੀਤਾ। ਜੇ ਉਹਨਾਂ ਨੇ ਰੇਟ ਚੇਂਜ ਕਰਨਾ, ਕੰਪਨੀ ਨੇ ਅਪਫਰੰਟ ਚੇਂਜ ਕਰ ਦੇਣਾ, ਸਾਡਾ ਉਹ ਰਿਸਕ ਉਸ ਦੇ ਅਕੋਰਡਿੰਗ ਲੈ ਰਹੇ ਆ। ਸੋ ਆਪਾਂ ਕਲੇਮ ਟਾਈਮ ਫਿਰ ਟੈਨਸ਼ਨ ਫਰੀ ਰਵਾਂਗੇ। ਸੋ ਨੈਚੁਰਲੀ ਇਹ ਗੱਲ ਇੱਕ ਸਮਝ ਵੀ ਲੱਗਦੀ ਹੈ ਕਿ ਪਹਿਲਾਂ ਇੱਕ ਭਰੋਸੇ ਦੇ ਉੱਤੇ ਕੰਮ ਚੱਲਦਾ, ਬਾਅਦ ਦੇ ਵਿੱਚ ਜਿਹੜੀ ਹੈਗੀ ਆ ਜਦੋਂ ਉਹਦੀ ਸੈਟਲਮੈਂਟ ਹੋਣੀ ਆ ਤਾਂ ਉਸ ਵੇਲੇ ਜਾਂਚ ਜਿਹੜੀ ਹੈਗੀ ਉਹ ਜ਼ਰੂਰ ਕੀਤੀ ਜਾਂਦੀ ਹੈ। 1516 ਤੋਂ ਇੱਕ ਸਿੰਗਲ ਲਾਈਨ ਉਹਨਾਂ ਨੇ ਲਿਖ ਕੇ ਭੇਜੀ ਆ ਜੀ, ਉਹ ਕਹਿੰਦੇ ਭਾਜੀ ਹੋਲ ਲਾਈਫ ਇੰਸ਼ੋਰੈਂਸ ਪਲਾਨ ਇਜ਼ ਵਰਥ। ਹੁਣ ਇਹ ਕੁਐਸਚਨ ਨਹੀਂ ਹੈਗਾ, ਇਹਦੇ ਪਿੱਛੇ ਪੁੱਛ ਰਹੇ ਆ ਕਿ ਦੱਸ ਰਹੇ ਆ ਜੀ। ਹੋਲ ਲਾਈਫ ਇੰਸ਼ੋਰੈਂਸ ਪਲਾਨ ਵਰਥ ਇਟ ਹੈ ਉਹਨਾਂ ਭੈਣ ਭਰਾਵਾਂ ਲਈ ਜਿਨ੍ਹਾਂ ਤੇ ਪਰਮਾਨੈਂਟ ਟੈਕਸ ਲਾਇਬਿਲਿਟੀਜ਼ ਨੇ ਜਾਂ ਜਿਨ੍ਹਾਂ ਨੇ ਪਿੱਛੇ ਲੈਗਸੀ ਛੱਡ ਕੇ ਜਾਣੀ ਆ। ਕਦੇ ਇਹ ਸੋਚ ਕੇ ਨਾ ਅਸੀਂ ਪਲਾਨ ਲਿਆ ਹੋਵੇ ਵੀ ਅਸੀਂ ਇੰਨੇ ਸਾਲਾਂ ਬਾਅਦ ਕੈਸ਼ ਵੈਲਿਊ ਲੈ ਲੈਣੀ ਆ, ਦੈਨ ਇਟਸ ਨਾਟ ਵਰਥ ਇਟ ਐਟ ਆਲ। ਆਪਣੀਆਂ ਨੀਡਸ ਦੇ ਅਕੋਰਡਿੰਗ ਆਪਾਂ ਦੇਖੀਏ, ਉਹਨਾਂ ਭੈਣ ਭਰਾਵਾਂ ਲਈ ਵਰਥ ਇਟ ਬਿਲਕੁਲ ਵੀ ਨਹੀਂ ਹੈਗਾ ਜਿਨ੍ਹਾਂ ਨੇ ਹਲੇ ਕੰਟਰੀ ਦੇ ਵਿੱਚ ਨਵੇਂ ਨੇ, ਆਪਣੀਆਂ ਪਰਸਨਲ ਜੋ ਰਿਕੁਆਇਰਮੈਂਟ ਆ ਉਹਦੇ ਅਕੋਰਡਿੰਗ ਪਲਾਨ ਨਹੀਂ ਹੈਗੇ ਜਾਂ ਇਨਵੈਸਟਮੈਂਟ ਨਹੀਂ ਕੀਤੀਆਂ ਹੋਈਆਂ, ਉਹਨਾਂ ਭੈਣ ਭਰਾਵਾਂ ਲਈ ਬਿਲਕੁਲ ਵੀ ਵਰਥ ਇਟ ਨਹੀਂ ਹੈਗਾ ਇਹ ਪਲਾਨ। ਅੱਛਾ, ਤਜਿੰਦਰ ਹੋਣਾ ਦਾ ਸਵਾਲ ਹੈ ਜੀ, ਉਹ ਕਹਿੰਦੇ ਕਿ ਜੇ ਅਸੀਂ ਪਰਸਨਲ ਇੰਸ਼ੋਰੈਂਸ ਵੀ ਹੈਗੀ ਆ ਤੇ ਕੰਪਨੀ ਵੀ ਪ੍ਰੋਵਾਈਡ ਕਰਦੀ ਹੈ ਇੰਸ਼ੋਰੈਂਸ ਜਿਹਦੇ ਵਿੱਚ ਕਾਫੀ ਸਾਰੇ ਬੈਨੀਫਿਟਸ ਹੈਗੇ ਆ, ਤਾਂ ਉਹ ਕਹਿੰਦੇ ਵੀ ਜੇ ਕਲੇਮ ਦੀ ਲੋੜ ਪੈਂਦੀ ਆ ਤਾਂ ਫਿਰ ਕਿਹੜੀ ਵਾਲੀ ਜਿਹੜੀ ਹੈਗੀ ਆ ਪ੍ਰਵੇਲ ਕਰੇਗੀ?
ਐਮਰਜੈਂਸੀ ਦੇ ਕੇਸ 'ਚ? ਐਮਰਜੈਂਸੀ ਦੇ ਕੇਸ ਦੇ ਵਿੱਚ ਦੋਨੋਂ ਇੰਸ਼ੋਰੈਂਸ ਦਾ ਪੇ ਆਊਟ ਕਰਨਗੀਆਂ ਇਹਦੇ ਵਿੱਚ, ਕਿਉਂਕਿ ਇਦਾਂ ਦਾ ਕੋਈ ਵੀ ਕਲੌਜ਼ ਨਹੀਂ ਹੁੰਦਾ ਕਿ ਅਗਰ ਤੁਹਾਡੇ ਕੋਲ ਇਹ ਇੰਸ਼ੋਰੈਂਸ ਹੈਗੀ ਆ ਵੀ ਦੂਜੀ ਨੇ ਕਲੇਮ ਨਹੀਂ ਦੇਣਾ, ਕਿਉਂਕਿ ਤੁਹਾਡੀ ਪਰਸਨਲ ਇੰਸ਼ੋਰੈਂਸ ਆ। ਹੁਣ ਪਰਸਨਲ ਜਿਹੜੇ ਕੰਮ ਤੋਂ ਗਰੁੱਪ ਬੈਨੀਫਿਟ ਹੁੰਦੇ ਆ ਉਹਦੇ ਵਿੱਚ ਲਾਈਫ ਵੀ ਇੰਸ਼ੋਰੈਂਸ ਕੀਤੀ ਹੁੰਦੀ ਆ ਇੰਪਲੋਇਰ ਨੇ, ਕਿਉਂਕਿ ਕੰਟਰੈਕਟ ਉਹਦੇ ਅਕੋਰਡਿੰਗ ਕੀਤਾ ਹੁੰਦਾ। ਅਗਰ ਪਰਸਨਲ ਮੇਰੇ ਕੋਲ ਆਪਣੀ ਵੀ ਹੈਗੀ ਆ, ਸੋ ਦੋਨਾਂ ਤੋਂ ਸੇਮ ਟਾਈਮ ਤੇ ਕਲੇਮ ਮਿਲੂਗਾ। ਅੱਛਾ, ਆਪਾਂ ਸ਼ਾਰਟ ਦੇ ਵਿੱਚ ਕੁਝ ਸਵਾਲ ਹੋਰ ਰਹਿ ਗਏ ਨੇ, ਇਸ ਤੋਂ ਬਾਅਦ ਮੈਂ ਹੋਰ ਸਵਾਲ ਨਹੀਂ ਲੈ ਸਕੂੰਗਾ। ਕੰਵਰ ਰੰਧਾਵਾ ਹੋਣਾ ਦਾ ਤਾਂ ਉਹੀ ਸਵਾਲ ਸੀਗਾ ਕਿ ਹੋਲ ਲਾਈਫ ਇੰਸ਼ੋਰੈਂਸ ਬੱਚਿਆਂ ਵਾਸਤੇ ਜਿਹੜੀ ਆ ਉਹ ਵਰਥ ਹੈ ਕਿ ਨਹੀਂ। ਮੇਰੇ ਖਿਆਲ 'ਚ ਇਹਦਾ ਆਪਾਂ ਆਨਸਰ ਕਰ ਚੁੱਕੇ ਹਾਂ। ਬਿਲਕੁਲ ਜੀ। ਤੇ ਗੁਰਿੰਦਰ ਸਿੰਘ ਮਾਨ ਹੁਣੇ ਕਹਿੰਦੇ ਆ ਕਿ ਕੀ ਆਪਾਂ ਬੋਰਨ ਤੋਂ ਲੈ ਕੇ 15 ਸਾਲ ਤੱਕ ਦੇ ਬੱਚੇ ਦੀ ਲਾਈਫ ਇੰਸ਼ੋਰੈਂਸ ਲੈ ਸਕਦੇ ਹਾਂ? ਬਿਲਕੁਲ ਜੀ। ਸੋ ਜਦੋਂ ਬੱਚਾ 15 ਡੇਜ਼ ਦਾ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਇੰਸ਼ੋਰੈਂਸ ਦਾ ਐਨੀ ਟਾਈਮ ਬਾਏ ਕਰ ਸਕਦੇ ਹਾਂ ਬੱਚੇ ਲਈ। ਤੇ ਇੱਕ ਉਹਨਾਂ ਦਾ ਸਵਾਲ ਇਹ ਵੀ ਹੈਗਾ ਕਿ ਜੇ ਉਹਨਾਂ ਕੋਲ ਪਾਲਿਸੀ ਹੈ ਤੇ ਡਾਕਟਰ ਕੈਂਸਰ ਦਾ ਟੈਸਟ ਰეკਮੈਂਡ ਕਰ ਦਿੰਦਾ ਹੈਗਾ ਤੇ ਉਹਦੇ ਰਿਜ਼ਲਟ ਆਉਣ ਤੋਂ ਬਾਅਦ ਉਹ ਪਾਲਿਸੀ ਦੇ ਉੱਤੇ ਕੋਈ ਫਰਕ ਪਏਗਾ? ਕੋਈ ਵੀ ਇਫੈਕਟ ਨਹੀਂ ਪੈਣਾ। ਅਗਰ ਪਲਾਨ ਆਲਰੇਡੀ ਚੱਲ ਰਿਹਾ, ਇਸ ਤੋਂ ਬਾਅਦ ਵਿੱਚ ਸਾਡੀਆਂ ਹੈਲਥ ਕੰਡੀਸ਼ਨਸ ਚੇਂਜਸ ਹੁੰਦੀਆਂ ਜਾਂ ਕੋਈ ਟੈਸਟ ਹੁੰਦੇ ਆ, ਉਹਦਾ ਜ਼ੀਰੋ ਇੰਪੈਕਟ ਹੁੰਦਾ ਇਨਫੋਰਸ ਪਾਲਿਸੀ ਦੇ ਉੱਤੇ ਜੀ। ਤੇ ਮਨਮੋਹਨ ਹੋਣਾ ਨੇ ਉਸ ਗੱਲ ਦੇ ਉੱਤੇ ਕਮੈਂਟ ਕੀਤਾ ਕਿ ਸਾਰੀਆਂ ਕੰਪਨੀਆਂ ਦਾ ਕਹਿੰਦੇ 8 ਸਾਲ ਦਾ ਸਰੈਂਡਰ ਚਾਰਜਸ ਦਾ ਉਹ ਨਹੀਂ ਹੁੰਦਾ, ਡਿਪੈਂਡ ਕਰਦਾ ਕਹਿੰਦੇ ਕੰਪਨੀ ਤੋਂ ਕੰਪਨੀ। ਸੋ ਇਸੇ ਕਰਕੇ ਆਪਾਂ ਕਿਹਾ ਵੀ ਤੁਸੀਂ ਕਿਸੇ ਐਡਵਾਈਜ਼ਰ ਦੇ ਨਾਲ ਜ਼ਰੂਰ ਇਹਦਾ ਸਲਾਹ ਕਰ ਲੈਣਾ, ਰਿਵਿਊ ਕਰ ਸਕਦੇ। ਡਿਪੈਂਡ ਔਨ ਪਲਾਨ ਵੀ ਸਮ ਟਾਈਮ 5 ਈਅਰ ਹੁੰਦਾ, 8 9 ਮੈਕਸਿਮਮ 9 ਈਅਰ ਸਰੈਂਡਰ ਚਾਰਜਸ ਹੁੰਦੇ ਆ ਜੀ। ਤੇ ਗੁਰਕਰਨ ਹੋਣਾ ਦਾ ਆਖਰੀ ਸਵਾਲ ਆਪਾਂ ਲੈ ਲਈਏ ਜੀ। ਇਹ ਪੁੱਛਦੇ ਆ ਕਿ ਕਹਿੰਦੇ ਕਿ ਲਾਈਫ ਈ ਪਲਾਨ ਰਿਗਾਰਡਿੰਗ ਹੋਲ ਲਾਈਫ ਪਲਾਨ ਹੈ ਜੀ 3 ਸਾਲ ਤੋਂ। ਉਹ ਕਹਿੰਦੇ ਐਨੀ ਅਦਰ ਹਿਡਨ ਬੈਨੀਫਿਟਸ ਆਫ ਹੋਲ ਲਾਈਫ ਪਲਾਨ ਐਂਡ ਐਨੀ ਅਦਰ ਥਿੰਗ ਟੂ ਮੇਕ ਸ਼ੋਰ ਟੂ ਡੂ? ਇਹਦੇ ਵਿੱਚ ਜਿਹੜੇ ਬੈਨੀਫਿਟ ਆ ਉਹੀ ਹੈ ਵੀ ਇਹ ਪਰਮਾਨੈਂਟ ਪਲਾਨ ਆ। ਸੋ ਇੱਕ ਜਦੋਂ ਬੱਚੇ ਨੇ ਬਹੁਤ 65-70 ਦੀ ਏਜ 'ਚ ਹੈ ਨਾ, ਉਦੋਂ ਕੈਸ਼ ਵੈਲਿਊ ਹੋਣੀ ਆ, ਬਟ ਉਸ ਟਾਈਮ 'ਤੇ ਜਾ ਕੇ ਅਗੇਨ ਲੋਨ ਵਾਲਾ ਕੰਸੈਪਟ ਆਉਣਾ, ਡਿਪੈਂਡ ਕਰਦਾ ਜਿੰਨੀ ਕੈਸ਼ ਵੈਲਿਊ ਉਹਦੀ ਵੈਲਿਊ ਕੀ ਆ। ਡੇ ਬਾਏ ਡੇ ਇਨਫਲੇਸ਼ਨ ਤਾਂ ਵੱਧ ਰਹੀ ਆ, ਸੋ ਇਹ ਚੀਜ਼ਾਂ ਸਾਨੂੰ ਧਿਆਨ 'ਚ ਰੱਖਣ ਦੀ ਜ਼ਰੂਰਤ ਹੈ। ਸੋ ਲਖਵੀਰ ਜੀ, ਤੁਹਾਡੇ ਨਾਲ ਸੰਪਰਕ ਕਰਨ ਦੇ, ਕਿਉਂਕਿ ਹਲੇ ਆਪਣੇ ਬਹੁਤ ਸਾਰੇ ਲਿਸਨਰਸ ਦੇ ਸਵਾਲ ਹੋਰ ਵੀ ਹੋਣਗੇ, ਤੁਹਾਡੇ ਨਾਲ ਕਿਵੇਂ ਸੰਪਰਕ ਕੀਤਾ ਜਾ ਸਕਦਾ ਤੇ ਤੁਹਾਡੇ ਕੋਈ ਕਲੋਜ਼ਿੰਗ ਵਰਡਸ? ਬਿਲਕੁਲ ਜੀ। ਸੋ ਕਲੋਜ਼ਿੰਗ ਵਰਡਸ ਆ ਇਹੀ ਨੇ ਮੇਰੇ ਵੀ। ਆਪਣੀਆਂ ਇੰਸ਼ੋਰੈਂਸ ਆ ਜਦੋਂ ਵੀ ਤੁਸੀਂ ਬਾਏ ਕਰਨੀਆਂ ਨੇ, ਪਹਿਲਾਂ ਖੁਦ ਨੀਡ ਐਨਾਲਿਸਿਸ ਆਪਾਂ ਕਰੀਏ। ਸੋ ਆਪਾਂ ਖੁਦ ਰੀਅਲਾਈਜ਼ ਕਰੀਏ ਵੀ ਆਪਣੀਆਂ ਨੀਡਸ ਕੀ ਨੇ, ਰਿਕੁਆਇਰਮੈਂਟ ਮੇਰੀਆਂ ਕੀ ਹੋਣੀਆਂ ਚਾਹੀਦੀਆਂ ਨੇ। ਸੋ ਅਗਰ ਕਿਸੇ ਵੀ ਲਿਸਨਰ ਦਾ ਕੋਈ ਵੀ ਕੁਐਸਚਨ ਜਾਂ ਕੋਈ ਕੰਸਰਨ ਹੈ ਤਾਂ ਮੇਰਾ ਨੰਬਰ 416 624 9798 416 624 9798। ਥੈਂਕ ਯੂ ਜਤਿੰਦਰ ਜੀ। ਸੋ ਬਿਲਕੁਲ ਜੀ, ਲਖਵੀਰ ਜੀ ਨਾਲ ਤੁਸੀਂ 416 624 9798 416 624 9798 ਦੇ ਉੱਤੇ ਕਿਸੇ ਵੇਲੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਆਲ ਕਾਈਂਡ ਇੰਸ਼ੋਰੈਂਸ ਦੇ ਆਫਿਸ 'ਚ ਬੈਠਦੇ ਨੇ। ਬਹੁਤ ਬਹੁਤ ਸ਼ੁਕਰੀਆ ਲਖਵੀਰ ਜੀ ਤੁਹਾਡਾ। ਥੈਂਕ ਯੂ ਜੀ, ਥੈਂਕਸ ਫॉर ਹੈਵਿੰਗ ਮੀ ਜੀ।